ਕਿਸੇ ਨੂੰ ਨਹੀਂ ਪਤਾ ਚੱਲਿਆ ਸੀਗਾ ਕਿ ਤੁਸੀਂ ਮੁੰਡੇ ਹੋ ਜਾਂ ਫਿਰ ਕੁੜੀਆਂ ਹੋ। ਕਈ ਵਾਰੀ ਮਿਹਣਾ ਵੀ ਵੱਜਦਾ ਵੀ ਇਹ ਬੰਦਾ ਏ, ਕਈ ਵਾਰੀ ਕਮੈਂਟਸ ਵੀ ਆ ਜਾਂਦੇ ਨੇ ਵੀ ਇਹ ਸਾਰੇ ਮੁੰਡੇ ਨੇ, ਕਿਵੇਂ ਗਿੱਧਾ ਕਰ ਸਕਦੇ ਨੇ। ਦੇ ਜੋਰ ਨੀ ਪਬੂਕਾ ਨੱਚੂਗਾ ਸਈਓ ਟਾਕ ਨੂੰ ਮਾਰੋ। ਜਦੋਂ ਮੈਂ ਇਸ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਆਇਆ, ਆਪਣੇ ਚਾਹੁਣ ਵਾਲਿਆਂ ਦੇ ਸਾਹਮਣੇ ਆਇਆ, ਟੁਗੈਦਰ ਮੇਰੇ 2-3 ਦੋਸਤ ਸੀ ਇੱਦਾਂ ਦੇ ਜਿਨ੍ਹਾਂ ਨੂੰ ਕੁੜੀਆਂ ਵਾਂਗ ਨੱਚਣ ਦਾ ਜਾਂ ਗਿੱਧਾ ਪਾਉਣ ਦਾ, ਬੋਲੀਆਂ ਪਾਉਣ ਦਾ ਸ਼ੌਕ ਸੀ। ਉਹ ਕਹਿੰਦੇ ਵੱਖਰਾ ਕੀ ਕਰਨਾ। ਮੈਂ ਕਿਹਾ ਵੀ ਮੈਂ ਤੁਹਾਨੂੰ ਦੱਸਣਾ ਨਹੀਂ, ਬਸ ਤੁਸੀਂ ਗੱਡੀ ਦੇ ਵਿੱਚ ਸਾਨੂੰ ਚੱਕ ਕੇ ਆਪਣੇ ਘਰੇ ਲੈ ਜਿਓ। ਤੇ ਅਸੀਂ ਆਂਢ ਗੁਆਂਢ ਤੋਂ ਇੱਧਰੋਂ ਉੱਧਰੋਂ ਨਵੀਆਂ ਵਿਆਹੀਆਂ ਵਹੁਟੀਆਂ ਤੋਂ ਲਹਿੰਗੇ, ਘੱਗਰੇ, ਕਮੀਜ਼ਾਂ, ਚੁੰਨੀਆਂ, ਦੁਪੱਟੇ ਇਕੱਠੇ ਕੀਤੇ ਤੇ ਉਹ ਅਸੀਂ 3 ਜਾਣਿਆਂ ਨੇ, 3 ਦੋਸਤਾਂ ਨੇ ਪਹਿਨ ਕੇ ਉਹ ਗੱਡੀ ਦੇ ਵਿੱਚ ਬਿਠਾ ਕੇ ਸਾਨੂੰ ਆਪਣੇ ਘਰ ਲੈ ਗਏ ਤੇ ਉੱਥੇ ਅਸੀਂ 1 ਘੰਟਾ ਪਰਫਾਰਮ ਕੀਤਾ। ਪਰ ਜਦੋਂ ਕਿਸੇ ਫੀਲਡ ਜਾ ਕੇ ਬੀਬੀਆਂ ਨਾਲ ਵਾਹ ਪੈਂਦਾ, ਔਰਤਾਂ ਨਾਲ ਵੱਡੀ ਉਮਰ ਦੀਆਂ, ਜਦੋਂ ਭਾਂਤ-ਭਾਂਤ ਦੀਆਂ ਬੋਲੀਆਂ ਕੱਢਦੀਆਂ ਤਾਂ ਮੈਨੂੰ ਇਹ ਹੁੰਦਾ ਵੀ ਬਾਕੀ ਟੀਮ ਨੂੰ ਮੈਂ ਚੁੱਪ ਕਰਾ ਦਾਂ, ਬੀਬੀਆਂ ਨੂੰ ਸੁਣੋ। ਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਸਾਨੂੰ ਰਿਕਗਨਾਈਜ਼ ਨਹੀਂ ਕਰ ਸਕੇ ਕਿ ਅਸੀਂ ਕੌਣ ਆ। ਜਦੋਂ ਅਸੀਂ ਐਂਟਰ ਹੁੰਦੇ ਆ ਉਸ ਵਕਤ ਥੋੜਾ ਟੇਢੀ ਜੀ ਨਜ਼ਰ ਨਾਲ ਵੀ ਦੇਖਦਾ ਹੁੰਦਾ ਵੀ ਇਹ ਕੌਣ ਨੇ, ਕੀ ਕਰਨਗੇ। ਪਰ ਜਦੋਂ ਸਾਡੀ ਪਰਫਾਰਮੈਂਸ ਦੇਖ ਲੈਂਦਾ ਫਿਰ ਉਹ ਝੁੱਕ ਕੇ ਸਾਨੂੰ ਸਲਾਮ ਵੀ ਕਰਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਤੇ ਮੈਂ ਅਸਮਿਤਾ ਲੀਵਾਲ। ਪਿਛਲੇ ਪਾਰਟ ਦੇ ਵਿੱਚ ਤੁਹਾਡੀ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਵਾਈ ਸੀ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਅਜਿਹੇ 2 ਰੂਪ ਨੇ ਦੋਨਾਂ ਨੂੰ ਹੀ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਜਿਨ੍ਹਾਂ ਦੀ ਪਹਿਚਾਣ ਵੀ ਵੱਖਰੀ ਹੈ। ਤੇ ਹੁਣ ਦੂਜੇ ਪਾਰਟ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਨੂਰ ਜ਼ੋਰਾ ਨੂਰ ਦੀ। ਤਾਂ ਪਹਿਲਾਂ ਤਾਂ ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ, ਤੁਹਾਨੂੰ ਦੁਬਾਰਾ ਫੇਰ। ਤਾਂ ਪਹਿਲਾਂ ਜ਼ੋਰਾਵਰ ਸਿੰਘ ਬਾਰੇ ਗੱਲ ਕੀਤੀ ਸੀ ਤੇ ਹੁਣ ਗੱਲ ਕਰਾਂਗੇ ਨੂਰ ਜ਼ੋਰਾ ਬਾਰੇ। ਤਾਂ ਸਭ ਤੋਂ ਪਹਿਲਾਂ ਨੂਰ ਜ਼ੋਰਾ ਕਿਵੇਂ ਬਣਿਆ, ਕਿਵੇਂ ਜਿਹੜਾ ਸ਼ੁਰੂਆਤ ਹੋਈ, ਥੋੜਾ ਜਿਹਾ ਦਰਸ਼ਕਾਂ ਨੂੰ ਇਹ ਦੱਸ ਦਿਓ। ਨੂਰ ਜ਼ੋਰਾ ਦੀ ਸ਼ੁਰੂਆਤ ਹੋਈ ਨੂੰ ਤਾਂ 20-22 ਸਾਲ ਹੋ ਗਏ ਨੇ, ਪਰ ਨੂਰ ਜ਼ੋਰਾ ਬਣਿਆ 2014 ਦੇ ਵਿੱਚ ਆ ਕੇ ਹੈ। ਉਹ ਕਿੱਥੋਂ ਬਣਿਆ? ਜ਼ੋਰਾਵਰ ਸਿੰਘ ਤੋਂ ਜ਼ੋਰਾ ਮੈਂ ਸੀ ਤੇ ਨੂਰ ਜਿੱਥੋਂ ਮੈਂ ਨਾਮ ਲਿਆ, ਬਹੁਤ ਫੇਵਰਟ ਤੇ ਇੰਡੀਆ ਸਬ ਕੰਟੀਨੈਂਟ ਦੀ ਬਹੁਤ ਮਸ਼ਹੂਰ ਸਿੰਗਰ, ਗਾਇਕਾ, ਅਜ਼ੀਮ ਗਾਇਕਾ ਮੈਡਮ ਨੂਰ ਜਹਾਨ ਦਾ ਮੈਂ ਫੈਨ ਰਿਹਾ, ਫੈਨ ਸੀ ਤੇ ਹੁਣ ਵੀ ਫੈਨ ਆ। ਤੇ ਮੇਰਾ ਖਿਆਲ ਹੈ ਮੈਂ ਉਹਦਾ ਫੈਨ ਸੀ, ਉਹਦੇ ਨਾਮ ਦਾ ਵੀ ਫੈਨ ਸੀ। ਤੇ ਜਦੋਂ ਮੈਂ 2014 ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ, ਜਿਵੇਂ ਰਿਵਾਜ ਹੈ ਅਸੀਂ ਆਪਣੀ ਆਈਡੀ ਬਣਾਉਂਦੇ ਆ, ਤੇ ਜਿਹੜੀ ਸੋਸ਼ਲ ਮੀਡੀਆ ਤੇ ਮੇਰੀ ਆਈਡੀ ਬਣੀ ਸੀ, ਅਸਲ 'ਚ ਉਹ ਮੇਰੀ ਆਈਡੀ ਹੈ ਨੂਰ ਜ਼ੋਰਾ। ਤੇ ਉਸ ਤੋਂ ਬਾਅਦ 2014 ਤੋਂ ਬਾਅਦ ਜਦੋਂ ਮੈਂ ਇਸ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਆਇਆ, ਆਪਣੇ ਚਾਹੁਣ ਵਾਲਿਆਂ ਦੇ ਸਾਹਮਣੇ ਆਇਆ, ਉਦੋਂ ਮੈਂ ਨੂਰ ਸੀ। ਪਰ ਜਦੋਂ ਲੋਕਾਂ ਨੇ ਨੂਰ ਨੂੰ ਲੱਭਦਿਆਂ ਸੋਸ਼ਲ ਮੀਡੀਆ ਤੇ ਜਾਣਾ ਸ਼ੁਰੂ ਕੀਤਾ ਤੇ ਉਦੋਂ ਉਹਨਾਂ ਨੂੰ ਨੂਰ ਜ਼ੋਰਾ ਲੱਭਿਆ। ਇਹ ਮੇਰਾ ਛੋਟਾ ਜਿਹਾ ਸਫ਼ਰ ਹੈ, ਪਰ ਬਹੁਤ ਤਬੀਲ ਵੀ ਸਫ਼ਰ ਹੈ। ਇਹਦੇ ਵਿੱਚ ਘਟਨਾਵਾਂ, ਦੁਰਘਟਨਾਵਾਂ, ਖੁਸ਼ੀਆਂ, ਗਮ, ਟੋਏ ਟਿੱਬੇ, ਅਪਸ ਐਂਡ ਡਾਊਨ ਜਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਆਉਂਦੇ ਹੁੰਦੇ ਨੇ, ਉਹ ਬਹੁਤ ਨੇ। ਮੈਂ ਤੁਹਾਨੂੰ ਜਿਵੇਂ ਬਰੀਫ ਦੇ ਵਿੱਚ ਜ਼ੋਰਾਵਰ ਤੋਂ ਨੂਰ ਜ਼ੋਰਾ, ਨੂਰ ਬਣਨ ਦਾ ਛੋਟਾ ਜਿਹਾ ਸਫ਼ਰ ਦੱਸਿਆ ਜੀ। ਸਭ ਤੋਂ ਪਹਿਲਾਂ ਤੁਸੀਂ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਤੁਸੀਂ ਸਭ ਤੋਂ ਪਹਿਲਾਂ ਪਰਫਾਰਮ ਆਪਣੇ ਦੋਸਤ ਦੇ ਵਿਆਹ ਦੇ ਵਿੱਚ ਕੀਤਾ ਸੀ। ਉੱਥੇ ਕਿਸੇ ਨੂੰ ਨਹੀਂ ਪਤਾ ਚੱਲਿਆ ਸੀਗਾ ਕਿ ਤੁਸੀਂ ਮੁੰਡੇ ਹੋ ਜਾਂ ਫਿਰ ਕੁੜੀਆਂ ਹੋ। ਉਹ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਦੱਸੋ, ਕਿਉਂਕਿ ਉਹ ਪਹਿਲਾ ਪਾਰਟ ਸੀ ਤੁਹਾਡੀ ਜ਼ਿੰਦਗੀ ਦਾ, ਉਹ ਜ਼ਰੂਰ ਦਰਸ਼ਕਾਂ ਨਾਲ ਰੂਬਰੂ ਕਰਨਾ ਚਾਹਾਂਗੇ। ਜੀ ਬਿਲਕੁਲ। ਮੇਰੇ ਪਿੰਡ ਦਾ ਹੀ ਮੇਰਾ ਇੱਕ ਦੋਸਤ ਸੀ। ਸਾਡੇ ਦਿਮਾਗ ਦੀ ਇੱਕ ਖੁਰਾਫਾਤ ਸੀ ਕਿ ਅਸੀਂ ਉਹਦੇ ਵਿਆਹ ਦੇ ਉੱਤੇ ਕੋਈ ਵੱਖਰਾ ਕਰਨਾ ਹੈ। ਤੇ ਬੈਠਿਆਂ ਕਿਉਂਕਿ ਜਿਵੇਂ ਬਰਡਸ ਆਫ ਅ ਫੈਦਰ ਫਲੌਕ ਟੁਗੈਦਰ, ਮੇਰੇ 2-3 ਦੋਸਤ ਸੀ ਇੱਦਾਂ ਦੇ ਜਿਨ੍ਹਾਂ ਨੂੰ ਕੁੜੀਆਂ ਵਾਂਗ ਨੱਚਣ ਦਾ ਜਾਂ ਗਿੱਧਾ ਪਾਉਣ ਦਾ, ਬੋਲੀਆਂ ਪਾਉਣ ਦਾ ਸ਼ੌਕ ਸੀ। ਤੇ ਸਭ ਤੋਂ ਪਹਿਲਾਂ
ਮੇਰੇ ਪਿੰਡ ਦਾ ਹੀ ਮੁੰਡਾ, ਮੇਰਾ ਦੋਸਤ ਸਤਵੀਰ ਸਿੰਘ, ਜਿਹਨੂੰ ਅਸੀਂ ਸੋਢੀ ਕਹਿੰਦੇ ਆ। ਅਸੀਂ 4-5 ਦੋਸਤ ਹੁੰਦੇ ਸੀ। ਮੈਂ ਉਹਨਾਂ ਦੇ ਨਾਂ ਵੀ ਲੈ ਕੇ ਬੜੀ ਖੁਸ਼ੀ ਹੁੰਦੀ ਹੈ। ਇੱਕ ਸੋਢੀ ਜਿਹਦਾ ਨਾਮ ਜਗਤਾਰ ਸਿੰਘ ਸੀ, ਇੱਕ ਹੈਪੀ ਨਿਰਭੈ, ਤੇ 1-2 ਦੋਸਤ ਹੋਰ ਸੀਗੇ। ਅਸੀਂ ਇਕੱਠੇ ਹੋਏ, ਇਹ ਵਿਚਾਰ ਬਣਾਇਆ ਕਿ ਥੋੜ੍ਹਾ ਵੱਖਰਾ ਕਰਕੇ ਦੇਖਣਾ ਹੈ। ਤੇ ਉਹ ਕਹਿੰਦੇ ਵੱਖਰਾ ਕੀ ਕਰਨਾ? ਮੈਂ ਕਿਹਾ ਵੀ ਮੈਂ ਤੁਹਾਨੂੰ ਦੱਸਣਾ ਨਹੀਂ, ਬਸ ਤੁਸੀਂ ਗੱਡੀ ਦੇ ਵਿੱਚ ਸਾਨੂੰ ਚੱਕ ਕੇ ਆਪਣੇ ਘਰੇ ਲੈ ਜਿਓ। ਤੇ ਅਸੀਂ ਆਂਢ ਗੁਆਂਢ ਤੋਂ ਇੱਧਰੋਂ ਉੱਧਰੋਂ ਨਵੀਆਂ ਵਿਆਹੀਆਂ ਵਹੁਟੀਆਂ ਤੋਂ ਲਹਿੰਗੇ, ਘੱਗਰੇ, ਕਮੀਜ਼ਾਂ, ਚੁੰਨੀਆਂ, ਦੁਪੱਟੇ ਇਕੱਠੇ ਕੀਤੇ। ਤੇ ਉਹ ਅਸੀਂ 3 ਜਾਣਿਆਂ ਨੇ, 3 ਦੋਸਤਾਂ ਨੇ ਪਹਿਨ ਕੇ ਉਹ ਗੱਡੀ ਦੇ ਵਿੱਚ ਬਿਠਾ ਕੇ ਸਾਨੂੰ ਆਪਣੇ ਘਰ ਲੈ ਗਏ। ਤੇ ਉੱਥੇ ਅਸੀਂ 1 ਘੰਟਾ ਪਰਫਾਰਮ ਕੀਤਾ। ਤੇ ਉਸ ਪਰਫਾਰਮੈਂਸ ਦਾ ਇੰਨਾ ਕੁ ਦੇਖਣ ਵਾਲਿਆਂ ਤੇ ਪ੍ਰਭਾਵ ਪਿਆ ਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਸਾਨੂੰ ਰਿਕਗਨਾਈਜ਼ ਨਹੀਂ ਕਰ ਸਕੇ ਕਿ ਅਸੀਂ ਕੌਣ ਆ। ਤੇ ਜਦੋਂ ਅਸੀਂ ਉੱਥੋਂ ਨਿਕਲੇ ਤੇ ਉਸ ਤੋਂ ਬਾਅਦ ਇਹ ਹੋਇਆ ਕਿ ਕੈਮਰੇ ਵਾਲਾ ਭਾਈ ਕਹਿੰਦਾ ਵੀ ਕੁੜੀਆਂ ਇੰਨਾ ਚਿਰ ਤਾਂ ਨੱਚ ਕੇ ਗਈਆਂ, ਬਾਕੀ ਜਾਣੀਆਂ ਵੀ ਹੁਣ ਨੱਚ ਲੈਂਦੀਆਂ, ਹੁਣ ਅਸੀਂ ਚੱਲੇ ਵੀ, ਹੁਣ ਅਸੀਂ ਹੋਰ ਵੀਡੀਓ ਨਹੀਂ ਬਣਾਉਣੀ। ਤੇ ਉਹ ਦਿਨ ਗਿਆ, ਮੈਨੂੰ ਨਹੀਂ ਸੀ ਪਤਾ, ਨਾ ਕਿਸੇ ਵੀ ਆਰਟਿਸਟ ਨੂੰ ਪਤਾ ਹੁੰਦਾ ਹੈ। ਮੇਰਾ ਖਿਆਲ ਹੈ, ਮੇਰੀ ਰਾਏ ਹੈ ਕਿ ਸਾਡਾ ਸਫ਼ਰ ਕਿਹੜੇ ਰਾਹਾਂ ਤੋਂ ਲੰਘਣਾ ਹੈ ਤੇ ਕਿਹੜੇ ਰਾਹਾਂ ਵੱਲ ਉਹਦੀ ਮੰਜ਼ਿਲ ਕੀ ਹੈ। ਮੰਜ਼ਿਲ ਤਾਂ ਖੈਰ ਕਦੇ ਵੀ ਜ਼ਿੰਦਗੀ ਦੇ ਵਿੱਚ ਮਿਲਦੀ ਨਹੀਂ ਹੁੰਦੀ। ਜੇ ਮੰਜ਼ਿਲ ਮਿਲ ਜਾਂਦੀ ਹੈ ਤਾਂ ਮਨੁੱਖ ਦਾ ਅਗਲਾ ਫੇਰ ਚੱਲ ਪੈਂਦਾ ਕਿ ਹੁਣ ਅਗਲੀ ਕਿਹੜੀ ਮੰਜ਼ਿਲ ਹੋਵੇ। ਇਸ ਲਈ ਉਸ ਘਟਨਾ ਨੂੰ 22 ਸਾਲ ਹੋ ਗਏ। ਤੇ ਅੱਜ ਵੀ ਜਦੋਂ ਪਿਛਲ ਝਾਤ ਦੇਖਦੇ ਹਾਂ, ਜਦੋਂ ਕੱਲ੍ਹ ਪਰਸੋਂ ਮੇਰੇ ਦੋਸਤ ਦਾ, ਬਾਹਰ ਆਸਟ੍ਰੇਲੀਆ 'ਚ ਰਹਿੰਦਾ, ਉਹਦਾ ਫ਼ੋਨ ਆਇਆ ਤੇ ਉਹਨੇ ਵੀ ਮੈਨੂੰ ਯਾਦ ਕਰਾਇਆ ਤੇ ਅਸੀਂ ਬੜੇ ਹਾਸੇ ਵੀ। ਦੇਖੋ, ਉਹ ਦਿਨ ਤੋਂ ਲੈ ਕੇ ਨੂਰ ਜ਼ੋਰਾ ਤੱਕ ਦਾ ਜਿਹੜਾ ਸਫ਼ਰ ਹੈ, ਉਹ ਕਿੱਦਾਂ ਦਾ ਸਫ਼ਰ ਹੈ, ਕਿਵੇਂ ਦਾ ਰਿਹਾ, ਕਦੇ ਲੰਬੀ ਗੱਲਬਾਤ ਦੇ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ ਜੀ। ਅਗਲੀ ਗੱਲ ਕਰਦੇ ਹਾਂ ਕਿ ਜ਼ੋਰਾਵਰ ਸਿੰਘ ਤੋਂ ਨੂਰ ਜ਼ੋਰਾ ਜਦੋਂ ਬਣਦੇ ਹੋ, ਨਜ਼ਾਕਤ ਜਿਹੜੀ ਤੁਹਾਡੇ 'ਚ ਆਉਂਦੀ ਹੈ। ਨਜ਼ਾਕਤ ਇੱਕ ਹੁੰਦੀ ਆ ਕੁੜੀਆਂ ਵਾਲੀ, ਸ਼ਰਮ ਹੁੰਦੀ ਆ, ਇੱਕ ਹਯਾ ਹੁੰਦੀ ਆ, ਤੇ ਨਜ਼ਾਕਤ ਹੁੰਦੀ ਆ ਚੱਲਣਾ, ਤੁਰਨਾ, ਫਿਰਨਾ, ਸਭ ਕੁਝ ਹੁੰਦਾ। ਉਹ ਕਦੋਂ ਤੋਂ ਪਰਫੈਕਸ਼ਨ ਆਈ ਕਿ ਹੁਣ ਬਿਲਕੁਲ ਜਦੋਂ ਤੁਸੀਂ ਜ਼ੋਰਾਵਰ ਸਿੰਘ ਦੇ ਰੂਪ ਦੇ ਵਿੱਚ ਹੁੰਦੇ ਹੋ ਤਾਂ ਜ਼ੋਰਾਵਰ ਸਿੰਘ ਲੱਗਦੇ ਹੋ, ਤੇ ਜਦੋਂ ਨੂਰ ਜ਼ੋਰਾ ਦੇ ਰੂਪ ਦੇ ਵਿੱਚ ਹੁੰਦੇ ਹੋ ਤਾਂ ਫਿਰ ਨੂਰ ਜ਼ੋਰਾ ਲੱਗਦੇ ਹੋ? ਜੀ ਦੇਖੋ, ਇੱਕ ਵਾਰੀ ਮੈਂ ਤੁਹਾਨੂੰ ਘਟਨਾ ਦੱਸਾਂ। ਇੱਕ ਵਾਰੀ ਮੈਨੂੰ ਕਿਸੇ ਕਾਲਜ ਦੇ ਵਿੱਚ ਬੁਲਾਇਆ ਗਿਆ ਗਿੱਧਾ ਸਿਖਾਉਣ ਵਾਸਤੇ। ਤੇ ਮੈਂ ਬਿਲਕੁਲ ਦੇਸੀ ਸਾਦਾ, ਜਿਵੇਂ ਤੁਸੀਂ ਮੈਨੂੰ ਜ਼ੋਰਾਵਰ ਦੇ ਰੂਪ ਦੇ ਵਿੱਚ ਦੇਖਿਆ, ਸਿੰਪਲ। ਤੇ ਜਦੋਂ ਮੈਨੂੰ ਜਿਹੜੀ ਗਿੱਧੇ ਦੀ ਇੰਚਾਰਜ ਮੈਡਮ ਸੀ, ਉਹ ਪ੍ਰਿੰਸੀਪਲ ਦੇ ਰੂਮ ਦੇ ਵਿੱਚ ਲੈ ਗਈ। ਤੇ ਜਦੋਂ ਮੈਂ ਪ੍ਰਿੰਸੀਪਲ ਦੇ ਰੂਮ 'ਚ, ਉਹ ਪ੍ਰਿੰਸੀਪਲ ਬੜੀ ਘੈਂਟ ਤੇ ਖਰਾਂਟ ਲੇਡੀ ਸੀ। ਜਦੋਂ ਮੈਨੂੰ ਉਹਦੇ ਸਾਹਮਣੇ ਚੇਅਰ ਤੇ ਬਿਠਾਤਾ, ਉਹ 2 ਮਿੰਟ ਮੈਨੂੰ ਦੇਖਦੀ ਰਹੀ। ਹਾਂਜੀ, ਕੌਣ ਬੇਟਾ? ਮੈਂ ਕਿਹਾ ਜੀ ਮੈਂ ਜ਼ੋਰਾਵਰ ਸਿੰਘ। ਅੱਛਾ, ਓਕੇ, ਠੀਕ ਹੈ, ਤੁਸੀਂ ਸਾਡੇ ਕਾਲਜ ਗਿੱਧਾ ਸਿਖਾਓਗੇ? ਮੈਂ ਕਿਹਾ ਜੀ ਬਿਲਕੁਲ ਸਿਖਾਵਾਂਗੇ। ਅਕਸਰ ਇੱਕ ਪ੍ਰੋਫੈਸ਼ਨਲ ਤੌਰ 'ਤੇ ਅੱਜ ਕੱਲ੍ਹ ਕੀ ਪਹਿਲਾਂ ਤੋਂ ਹੀ ਗੱਲ ਚੱਲਦੀ ਹੈ ਕਿ ਸਰਟੀਫਿਕੇਟਸ ਜਾਂ ਤੁਹਾਡਾ ਪ੍ਰੋਫਾਈਲ ਕੀ ਹੈ। ਮੈਨੂੰ ਉਹਨਾਂ ਨੇ ਪੁੱਛਿਆ ਕਿ ਤੁਸੀਂ ਕਿਹੜੇ ਕਾਲਜਾਂ 'ਚ ਸਿਖਾਇਆ, ਕੀ ਪੋਜੀਸ਼ਨ ਆਈ ਹੈ। ਮੈਂ ਇੱਕੋ ਹੀ ਗੱਲ ਕਹੀ, ਮੈਂ ਕਿਹਾ ਜੀ ਪੋਜੀਸ਼ਨ ਡਜ਼ਨਟ ਮੈਟਰ। ਜਦੋਂ ਤੁਹਾਡੇ ਕਾਲਜ 'ਚ ਮੈਂ ਸਿਖਾਊਂਗਾ, ਤੁਸੀਂ ਮੈਨੂੰ ਵਰਕਸ਼ਾਪ ਦੇ ਵਿੱਚ ਦੇਖਿਓ। ਉਹਨਾਂ ਨੇ ਮੈਨੂੰ ਇੱਕ ਗੱਲ ਕਹੀ, ਕਹਿੰਦੇ ਵੀ ਲੱਗਦਾ ਨਹੀਂ ਵੀ ਤੂੰ ਜ਼ੋਰਾਵਰ, ਤੇਰਾ ਨਾਂ ਹੈ, ਬੜਾ ਹਾਰਡ ਐਂਡ ਫਾਸਟ ਜਿਹਾ ਨਾਂ ਹੈ, ਸਖਤ ਜਿਹਾ ਨਾਂ ਹੈ, ਤੇ ਮੈਨੂੰ ਲੱਗਦਾ ਨਹੀਂ ਕਿ ਤੂੰ ਗਿੱਧਾ ਸਿਖਾਉਣ ਵਾਲਾ ਹੈ। ਤੇ ਫਿਰ ਉਹਨਾਂ ਨੇ ਅਗਲੀ ਗੱਲ ਵੀ ਕਹੀ ਕਿ ਇਹ ਬਹੁਤ ਵਧੀਆ ਗੱਲ ਹੈ ਕਿ ਜੋ ਤੁਹਾਡਾ ਪ੍ਰੋਫੈਸ਼ਨ ਹੈ, ਜਦੋਂ ਤੁਸੀਂ ਉਹਦੇ ਵਿੱਚ ਨਹੀਂ ਹੋ ਤਾਂ ਉਹਦੇ ਵਰਗੇ ਲੱਗਣੇ ਨਹੀਂ ਚਾਹੀਦੇ। ਤੇ ਉਹ ਮਨ ਦੇ ਵਿੱਚ ਗੱਲ ਮੇਰੇ ਘਰ ਕਰ ਗਈ ਕਿ ਜਦੋਂ ਮੈਂ ਜ਼ੋਰਾਵਰ ਹੁੰਦਾ, ਉਦੋਂ ਨੂਰ ਜ਼ੋਰਾ ਜਾਂ ਨੂਰ ਮੈਂ ਨਹੀਂ ਹੁੰਦਾ। ਪਰ ਇਸ ਵਕਤ ਮੈਂ ਨੂਰ ਜ਼ੋਰਾ ਤੇ ਨੂਰ ਹਾਂ। ਇਸ ਵਕਤ ਜੋ ਨੂਰ ਗਿੱਧੇ ਦਾ ਮੈਨੂੰ ਚੜ੍ਹਨਾ, ਉਹ ਗਿੱਧੇ ਦੀ ਮੇਰੇ ਲਈ ਪ੍ਰਾਪਤੀ ਹੈ, ਜਾਂ ਮੇਰੀ ਗਿੱਧੇ ਦੇ ਫੀਲਡ 'ਚ ਪ੍ਰਾਪਤੀ ਹੈ ਕਿ ਇੱਕ ਮੁਰੈਲਣ ਬਣ ਕੇ ਮੈਂ ਗਿੱਧੇ ਦੇ ਪਿੜ ਦੇ ਵਿੱਚ ਉਤਰਨਾ। ਤੇ ਉਹ ਕਿਵੇਂ ਉਤਰਨਾ ਹੈ, ਕੀ ਮੇਰੇ 'ਚ ਨਜ਼ਾਕਤ ਹੋਣੀ ਚਾਹੀਦੀ ਹੈ, ਕੀ ਮੇਰੀ ਬਾਡੀ ਲੈਂਗੁਏਜ ਹੋਣੀ ਚਾਹੀਦੀ ਹੈ, ਕੀ ਮੇਰੇ ਹੱਥਾਂ ਦੇ, ਕੀ ਮੇਰੇ ਅੱਖਾਂ ਦੇ ਇਸ਼ਾਰੇ ਹੋਣੇ ਚਾਹੀਦੇ ਨੇ। ਕਿਉਂਕਿ ਗਿੱਧਾ ਔਰਤ ਦੀ ਸੰਵੇਦਨਾ ਨੂੰ ਜਦੋਂ ਕੰਕਰੀਟ ਰੂਪ 'ਚ, ਨਾਚ ਰੂਪ 'ਚ ਪੇਸ਼ ਕਰਦੇ ਹਾਂ ਤਾਂ ਉਹ ਹੁੰਦਾ। ਤੇ ਮੈਨੂੰ ਕਈ ਵਾਰੀ ਮਿਹਣਾ ਵੀ ਵੱਜਦਾ ਵੀ ਇਹ ਬੰਦਾ ਏ, ਕਈ ਵਾਰੀ ਕਮੈਂਟਸ ਵੀ ਆ ਜਾਂਦੇ ਨੇ ਵੀ ਉਹ ਸਾਰੇ ਮੁੰਡੇ ਨੇ, ਕਿਵੇਂ ਗਿੱਧਾ ਕਰ ਸਕਦੇ ਨੇ। ਪਰ ਮੇਰਾ ਗਿੱਧਾ ਕਬੂਲ ਹੋਇਆ, ਗਿੱਧੇ ਵਾਲਿਆਂ ਨੂੰ ਵੀ ਕਬੂਲ ਹੋਇਆ, ਤੇ ਜਿਨ੍ਹਾਂ ਦਾ ਗਿੱਧਾ ਸੀ ਉਹਨਾਂ ਨੂੰ ਵੀ ਕਬੂਲ ਹੋਇਆ। ਜੀ, ਜੇ ਗੱਲ ਕਰੀਏ ਨੈਗੇਟਿਵ ਵੀ ਬਹੁਤ ਨੇ, ਪੋਜ਼ਿਟਿਵ ਚੀਜ਼ਾਂ ਵੀ ਬਹੁਤ ਨੇ। ਯਾਦ ਹੋਵੇ ਜੇ ਕਿ ਪਹਿਲੀ ਵਾਰ ਨੈਗੇਟਿਵ ਕਿਸੇ ਨੇ ਕੋਈ ਕਮੈਂਟ ਕੀਤਾ,
ਸਾਹਮਣੇ ਖੜ ਕੇ ਜਾਂ ਫਿਰ ਪਿੱਠ ਪਿੱਛੇ ਕਿਸੇ ਨੂੰ ਯਾਦ ਹੋਵੇ, ਜਾਂ ਫਿਰ ਕਿਸੇ ਨੇ ਪਹਿਲਾ ਪੋਜ਼ਿਟਿਵ ਕਮੈਂਟ ਕਿਹੜਾ ਆਇਆ ਸੀ ਤੇ ਨੈਗੇਟਿਵ ਕਮੈਂਟ ਯਾਦ ਹੋਵੇ ਜੇ? ਨਹੀਂ ਦੇਖੋ, ਮੇਰਾ ਇੱਕ ਸੁਭਾਅ ਹੈ, ਮੇਰੇ ਸੁਭਾਅ ਦੇ ਵਿੱਚ ਜਿਹੜੀ ਚੀਜ਼ ਹੈਗੀ ਕਿ ਮੈਂ ਨੈਗੇਟਿਵ ਨੂੰ ਕਦੇ ਵੀ ਨਹੀਂ ਯਾਦ ਰੱਖਦਾ। ਨੈਗੇਟਿਵ ਮੈਂ ਸੋਚਦਾ ਕਿ ਨੈਗੇਟਿਵਿਟੀ ਵਾਲੇ ਲੋਕ ਫੈਲਾਉਂਦੇ ਰਹਿੰਦੇ ਨੇ। ਜੇ ਮੈਂ ਕਦੇ ਨੈਗੇਟਿਵ ਨੂੰ ਯਾਦ ਰੱਖਦਾ ਤਾਂ ਮੈਨੂੰ ਲੱਗਦਾ ਮੈਂ ਨੈਗੇਟਿਵਿਟੀ ਨੂੰ ਪ੍ਰੋਪੀਗੇਟ ਕਰਨ ਵਾਲਾ ਹੋ ਜਾਂਦਾ। ਇਸ ਕਰਕੇ ਮੈਨੂੰ ਪਹਿਲਾਂ ਕਦੋਂ ਨੈਗੇਟਿਵ ਕਮੈਂਟ ਆਇਆ ਸੀ ਮੈਨੂੰ ਨਹੀਂ ਪਤਾ, ਤੇ ਇਹ ਵੀ ਨਹੀਂ ਪਤਾ ਕਿ ਪਹਿਲਾਂ ਕਿਹੜਾ ਪੋਜ਼ਿਟਿਵ ਕਮੈਂਟ ਆਇਆ ਸੀ। ਬਸ ਮੈਂ ਤਾਂ ਸਿਰ ਸੁੱਟ ਕੇ, ਜਿਵੇਂ ਕਹਿੰਦੇ ਆ, ਮਿਹਨਤ ਕੀਤੀ ਤੇ ਬਸ ਅਸ਼ ਹੀ ਕਰਿਆ ਲੋਕਾਂ ਨੇ। ਤੇ ਜਦੋਂ ਮੈਂ 2014 ਦੇ ਵਿੱਚ ਸੋਸ਼ਲ ਮੀਡੀਆ ਤੇ ਆਪਣਾ ਛੋਟਾ ਜਿਹਾ ਕਲਿੱਪ ਪਾਇਆ ਸੀ, ਕੋਠੇ ਤੇ ਰੇੜੂਆ ਲਾ ਲਿਆ, ਕੋਠੇ ਤੇ ਇਹ ਬੋਲੀ ਪਾ ਕੇ ਅਸੀਂ ਐਕਸ਼ਨ ਕਰਕੇ, ਤੇ ਮੈਨੂੰ ਲੱਗਦਾ ਉਹ ਸ਼ਾਮ ਨੂੰ ਪਾਇਆ ਸੀ ਤੇ ਦੂਸਰੇ ਦਿਨ ਸਵੇਰ ਤੋਂ ਲੈ ਕੇ ਰਾਤ ਤੱਕ ਮੈਨੂੰ ਇਹ ਵੀ ਨਹੀਂ ਸੀ ਪਤਾ, ਮੈਂ ਇਹ ਵੀ ਆਇਡੈਂਟੀਫਾਈ ਨਹੀਂ ਸੀ ਕਰ ਸਕਿਆ ਕਿ ਕਿਹੜੇ ਕੰਟਰੀਜ਼ ਦੇ ਵਿੱਚੋਂ ਮੈਨੂੰ ਕਾਲਾਂ ਆ ਰਹੀਆਂ ਨੇ। ਕੋਈ ਕਿਤੋਂ ਬੋਲ ਰਿਹਾ, ਕੋਈ ਕਿਤੋਂ ਬੋਲ ਰਿਹਾ, ਕਿਉਂਕਿ ਮੈਨੂੰ ਤਾਂ ਅੱਜ ਤੱਕ ਵੀ ਪਛਾਣ ਨਹੀਂ ਆਈ ਕਿ ਕਿਹੜਾ ਨੰਬਰ ਕਿੱਥੇ ਦਾ। ਲੋਕਾਂ ਨੂੰ ਤਾਂ ਪਤਾ ਹੁੰਦਾ ਨਾ ਵੀ ਫਲਾਣਾ ਨੰਬਰ ਫਲਾਣੇ ਦਾ, ਮੈਨੂੰ ਹੁਣ ਤੱਕ ਪਛਾਣ ਨਹੀਂ ਆਈ। ਔਰ ਪਛਾਣ ਕਰਕੇ ਕਰਨਾ ਵੀ ਕੀ ਹੈ, ਕਿਉਂਕਿ ਮੈਨੂੰ ਗਿੱਧੇ ਦੇ ਰੂਪ 'ਚ ਮੇਰੇ ਚਾਹਣ ਵਾਲਿਆਂ ਨੇ, ਸਤਿਕਾਰਯੋਗ ਸਾਰਿਆਂ ਨੇ ਮੈਨੂੰ ਪ੍ਰਵਾਨ ਕੀਤਾ ਜੀ। ਕਦੇ ਕਿਸੇ ਨੇ ਮੋਢੇ ਤੇ ਹੱਥ ਰੱਖ ਕੇ ਇਹ ਕਿਹਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਤੁਸੀਂ ਤੁਹਾਡਾ ਜਾਂ ਕਿਸੇ ਨਾਲ ਕੰਪੀਟੀਸ਼ਨ ਹੁੰਦਾ, ਅਜਿਹੀਆਂ ਬਹੁਤ ਟੀਮਾਂ ਸਾਹਮਣੇ ਆਉਂਦੀਆਂ ਨੇ, ਕੰਪੀਟੀਸ਼ਨ ਹੁੰਦਾ, ਕਦੀ ਕਿਸੇ ਨੇ ਕੰਪੀਟੀਟਰ ਨੇ ਸਾਹਮਣੇ ਆ ਕੇ ਕਿਹਾ ਕਿ ਨੂਰ ਜ਼ੋਰਾ ਬਹੁਤ ਵਧੀਆ ਕਰ ਰਿਹਾ, ਜਾਂ ਫਿਰ ਸੱਭਿਆਚਾਰ ਨੂੰ ਜਾਂ ਗਿੱਧੇ ਨੂੰ ਜਿਉਂਦਾ ਰੱਖ ਰਿਹਾ? ਬਹੁਤ ਸਾਰੇ ਲੋਕਾਂ ਨੇ ਸ਼ਾਬਾਸ਼ ਦਿੱਤੀ ਹੈ। ਸਭ ਤੋਂ ਵੱਧ ਕਿਉਂਕਿ ਲੋਕ ਰੰਗ ਗਿੱਧਾ ਤੇ ਲੋਕਾਂ ਨੇ ਸਭ ਤੋਂ ਜ਼ਿਆਦਾ ਸ਼ਾਬਾਸ਼ ਦਿੱਤੀ ਹੈ, ਔਰ ਸ਼ਾਬਾਸ਼ ਦੇਣ ਵਾਲਿਆਂ ਨੇ ਬਹੁਤ ਸਾਰੇ ਲੋਕਾਂ ਨੇ ਸ਼ਾਬਾਸ਼ ਦਿੱਤੀ ਹੈ। ਪਰ ਜਿਹਨੇ ਨਹੀਂ ਵੀ ਦਿੱਤੀ ਉਹਨਾਂ ਦਾ ਵੀ ਮੈਨੂੰ ਪਤਾ ਲੱਗ ਜਾਂਦਾ ਕਿ ਕਿਤੇ ਨਾ ਕਿਤੇ ਜਦੋਂ ਚਰਚਾ ਛਿੜਦਾ, ਗਿੱਧੇ ਦਾ ਚਰਚਾ ਛਿੜਦਾ, ਤਾਂ ਮੇਰਾ ਜ਼ਿਕਰ ਉੱਥੇ ਜ਼ਰੂਰ ਹੁੰਦਾ। ਔਰ ਬਹੁਤ ਸਾਰੇ, ਲਗਭਗ ਜ਼ਿਆਦਾਤਰ ਲੋਕ ਉਸ ਨੂੰ ਪੋਜ਼ਿਟਿਵਲੀ ਲੈਂਦੇ ਨੇ, ਔਰ ਮੈਨੂੰ ਲੱਗਦਾ ਮੈਨੂੰ ਉਹਨਾਂ ਦੀ ਉੱਥੇ ਬੈਠਿਆਂ ਦੀ ਸ਼ਾਬਾਸ਼ ਮਿਲ ਜਾਂਦੀ ਹੈ। ਪਰ ਸਾਡਾ ਨਾ ਰਿਵਾਜ ਹੈ ਕਿ ਸਾਡੇ ਕਲਚਰ ਦੇ ਵਿੱਚ, ਚਾਹੇ ਸਾਡਾ ਲਿਟਰੇਚਰ ਹੋਵੇ, ਚਾਹੇ ਸਾਡੀ ਫਿਲਮ ਹੋਵੇ, ਚਾਹੇ ਸਾਡੇ ਗੀਤ ਹੋਣ, ਚਾਹੇ ਕੋਈ ਆਰਟ ਦਾ ਫੀਲਡ ਹੋਵੇ, ਸਾਹਮਣੇ ਵਾਲਾ ਕਦੇ ਵੀ ਕੋਈ ਅੱਜ ਤੱਕ ਕਿਸੇ ਦੇ ਮੋਢੇ ਤੇ ਹੱਥ ਰੱਖ ਕੇ ਮੈਂ ਕਹਿੰਦਾ ਨਹੀਂ ਦੇਖਿਆ ਵੀ ਵਾਹ ਵੀ ਵਾਹ। ਹਾਂ, ਸ਼ਾਬਾਸ਼ ਹਰ ਰੋਜ਼ ਅਸੀਂ ਫੰਕਸ਼ਨ ਤੇ ਜਾਂਦੇ ਹਾਂ, ਉੱਥੇ ਸਾਨੂੰ ਹਰ ਬੰਦਾ ਸ਼ਾਬਾਸ਼ ਦਿੰਦਾ। ਜਿਹੜਾ ਕਈ ਵਾਰੀ ਬੰਦਾ ਜਦੋਂ ਅਸੀਂ ਐਂਟਰ ਹੁੰਦੇ ਹਾਂ ਉਸ ਵਕਤ ਥੋੜ੍ਹਾ ਟੇਢੀ ਜੀ ਨਜ਼ਰ ਨਾਲ ਵੀ ਦੇਖਦਾ ਹੁੰਦਾ ਵੀ ਇਹ ਕੌਣ ਨੇ, ਕੀ ਕਰਨਗੇ, ਪਰ ਜਦੋਂ ਸਾਡੀ ਪਰਫਾਰਮੈਂਸ ਦੇਖ ਲੈਂਦਾ ਫਿਰ ਉਹ ਝੁੱਕ ਕੇ ਸਾਨੂੰ ਸਲਾਮ ਵੀ ਕਰਦਾ ਤੇ ਮੋਢੇ ਤੇ ਹੱਥ ਰੱਖ ਕੇ ਸ਼ਾਬਾਸ਼ ਵੀ ਦਿੰਦਾ। ਮੇਰਾ ਖਿਆਲ ਹੈ ਲੋਕ ਨੇ ਜਿਨ੍ਹਾਂ ਦਾ ਇਹ ਰੰਗ ਹੈ ਉਹਨਾਂ ਦੀ ਸ਼ਾਬਾਸ਼ ਮੇਰੇ ਲਈ ਸਭ ਤੋਂ ਵੱਡਾ ਅਵਾਰਡ ਹੈ। ਕਿਉਂਕਿ ਕਈ ਵਾਰੀ ਜਿਹੜੇ ਫੀਲਡ 'ਚ ਅਸੀਂ ਕੰਮ ਕਰਦੇ ਹਾਂ ਉਸ ਫੀਲਡ ਦੇ ਕੰਪੀਟੀਟਰ ਵੀ ਹੁੰਦੇ ਨੇ, ਉਸ ਫੀਲਡ 'ਚ ਪਹਿਲਾਂ ਕੰਮ ਕਰਨ ਵਾਲੇ, ਬਾਅਦ ਕੰਮ ਕਰਨ ਵਾਲੇ, ਕੰਟੈਂਪਰੇਰੀ ਵੀ ਹੁੰਦੇ ਨੇ। ਹਰੇਕ ਨੂੰ ਐਂ ਲੱਗਦਾ ਹੁੰਦਾ ਕਿ ਮੈਂ ਹੀ ਬੜਾ, ਪਰ ਮੈਨੂੰ ਇਹ ਨਹੀਂ ਲੱਗਦਾ। ਮੈਂ ਹਮੇਸ਼ਾ ਸਿਖਿਆਰਥੀ ਰਿਹਾ। ਥੋੜ੍ਹੇ ਦਿਨ ਪਹਿਲਾਂ ਇੱਕ ਫੰਕਸ਼ਨ 'ਤੇ ਅਸੀਂ ਗਏ, ਉੱਥੇ ਮੁੰਡੇ ਦੀ ਮਾਸੀ ਉਹਨੇ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਕਹਿੰਦੀ ਮੈਂ ਤਾਂ ਤੇਰੇ ਨਾਲ ਬੋਲੀਆਂ ਪਾਉਣੀਆਂ ਨੇ, ਕਹਿੰਦੀ ਜਾਗੋ ਜੁਗੋ ਜਦ ਮਰਜ਼ੀ ਕੱਢਿਓ। ਜਦੋਂ ਅਸੀਂ ਬੋਲੀਆਂ ਪਾਈਆਂ, ਅਕਸਰ ਇੱਕ ਰਵਾਇਤ ਹੈ ਕਿ ਬੀਬੀਆਂ ਹਮੇਸ਼ਾ ਇੱਕ ਅੱਧੀ ਪੁੱਠੀ ਸਿੱਧੀ ਬੋਲੀ ਮੁੰਡਿਆਂ 'ਤੇ, ਜਿਹੜੇ ਮੁੰਡੇ ਕੁੜੀਆਂ ਬਣ ਕੇ ਨੱਚਦੇ ਨੇ, ਤੇ ਫਿਰ ਮੇਰੀ ਇੱਕ ਆਦਤ ਹੈ, ਅਕਸਰ ਸਾਡੇ ਇੱਥੇ ਅਸੀਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਕਿ ਕੁਛ ਆਰਟਿਸਟਾਂ ਨੂੰ ਆਦਤ ਹੈ ਕਿ ਜੇ ਕਿਸੇ ਬੀਬੀ ਨੇ ਕੋਈ ਥੋੜ੍ਹੀ ਜਿਹੀ ਹਲਕੀ ਜਿਹੀ ਨੈਗੇਟਿਵਿਟੀ ਵਾਲੀ ਬੋਲੀ ਪਾਤੀ ਤਾਂ ਉਹਨਾਂ ਨੇ ਵੀ ਅੱਗੋਂ ਨੈਗੇਟਿਵਿਟੀ ਵਾਲੀ, ਔਰ ਬੜੀ ਭੈੜੀ ਬੋਲੀ, ਇੱਕ ਮਸ਼ਹੂਰ ਵੀ ਹੈ, ਮੈਂ ਇੱਥੇ ਨਹੀਂ ਪਾਊਂਗਾ, ਉਹਨਾਂ ਨੇ ਮੋਸਟਲੀ ਉਹੀ ਬੋਲੀ ਪਾਉਣੀ ਹੈ। ਪਰ ਮੈਂ ਉਸ ਬੇਬੇ ਦੇ ਪੈਰੀਂ ਹੱਥ ਲਾ ਕੇ ਉਹਨੂੰ ਇਹੋ ਜਿਹੀ ਬੋਲੀ ਪਾਈ ਕਿ ਬੇਬੇ ਅਸੀਂ ਤਾਂ ਤੇਰੀ ਜਿਹੜੀ ਕਲਾ ਹੈ ਉਹਦੀ ਅਸੀਂ ਰੀਸ ਨਹੀਂ ਕਰ ਸਕਦੇ, ਅਸੀਂ ਤਾਂ ਸਿਰਫ ਤੁਹਾਨੂੰ ਮਾੜੀ ਜੀ ਤੁਹਾਡੀ ਨਕਲ ਕਰਕੇ ਇੱਥੇ ਪਰਫਾਰਮੈਂਸਿਸ ਕਰ ਰਹੇ ਹਾਂ। ਫਿਰ ਉਸ ਬੇਬੇ ਨੇ ਮੈਨੂੰ ਇੰਨਾ ਪਿਆਰ ਦਿੱਤਾ, ਫਿਰ ਉਹਨੇ ਮੈਨੂੰ ਬਹੁਤ ਸੋਹਣੀਆਂ ਬੋਲੀਆਂ ਪਾਈਆਂ, ਤੂੰ ਤਾਂ ਧੀਏ ਲੱਗੇ ਪਿਆਰੀ, ਫਲਾਣਾ ਕਰਕੇ ਡਾਹ ਕੇ ਬਹਿ ਜੀ ਮੰਜੀ, ਪਤਾ ਨਹੀਂ ਕਿਵੇਂ, ਬਹੁਤ ਸੋਹਣੀਆਂ ਬੋਲੀਆਂ ਉਹਨੇ ਮੇਰੇ ਨਾਲ ਬਰਾਬਰ ਪਾਈਆਂ ਤੇ ਬੜਾ ਉਹਨੇ ਸਤਿਕਾਰ ਕੀਤਾ। ਇਸ ਲਈ ਕਿਉਂਕਿ ਔਰਤਾਂ ਦਾ ਆਰਟ ਹੈ। ਕਈ ਵਾਰੀ ਅਸੀਂ ਫੀਲਡ 'ਚ ਜਾਂਦੇ ਹਾਂ, ਬਹੁਤੇ ਲੋਕ ਇਹ ਸੋਚਦੇ ਨੇ ਕਿ ਮੈਨੂੰ ਹੀ ਆ ਗਿਆ ਸਾਰਾ ਕੁਛ, ਪਰ ਮੈਂ ਇਸ ਤੋਂ ਉਲਟਾ। ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਪਰਫਾਰਮਰ ਹਾਂ, ਪਰ ਜਦੋਂ ਕਿਸੇ ਫੀਲਡ ਜਾ ਕੇ ਬੀਬੀਆਂ ਨਾਲ ਵਾਹ ਪੈਂਦਾ, ਔਰਤਾਂ ਨਾਲ ਵੱਡੀ ਉਮਰ ਦੀਆਂ, ਜਦੋਂ ਭਾਂਤ ਦੀਆਂ ਬੋਲੀਆਂ ਕੱਢਦੀਆਂ, ਤਾਂ ਮੈਨੂੰ ਇਹ ਹੁੰਦਾ ਵੀ ਬਾਕੀ ਟੀਮ ਨੂੰ ਮੈਂ ਚੁੱਪ ਕਰਾ ਦਾਂ, ਬੀਬੀਆਂ ਨੂੰ ਸੁਣੋ। ਕਿਉਂਕਿ ਜਿਹੜਾ ਬੰਦਾ ਸਾਰੀ ਉਮਰ ਸਿਖਿਆਰਥੀ ਰਹਿੰਦਾ, ਮੇਰਾ ਖਿਆਲ ਹੈ ਉਸ ਦੀਆਂ ਪ੍ਰਾਪਤੀਆਂ ਵੀ ਅੱਛੀਆਂ ਹੁੰਦੀਆਂ ਨੇ, ਮਿਹਨਤ ਵੀ ਅੱਛੀ ਹੁੰਦੀ ਹੈ। ਇਹ ਮੇਰੀ ਰਾਏ ਹੈ। ਜੀ, ਜੇ ਗੱਲ ਕਰੀਏ
ਹੁਣ ਪਿੜਾਂ ਚੋਂ ਗਿੱਧਾ ਜਿਹੜਾ ਗਾਇਬ ਹੁੰਦਾ ਜਾ ਰਿਹਾ ਤੇ ਸਟੇਜੀ ਗਿੱਧਾ ਬਣਦਾ ਜਾ ਰਿਹਾ, ਇਸ ਬਾਰੇ ਕੀ ਸੋਚਦੇ ਹੋ? ਕਿਉਂਕਿ ਸੱਭਿਆਚਾਰ ਨੂੰ ਕਿਤੇ ਨਾ ਕਿਤੇ NRIs ਭਰਾ ਵੀ ਜਿਹੜੇ ਆ, ਭੈਣ ਭਰਾ ਜਿਹੜੇ ਬਾਹਰ ਵਸੇ ਹੋਏ ਆ, ਉਹ ਵੀ ਕੋਸ਼ਿਸ਼ ਕਰਦੇ ਆ ਕਿ ਸੱਭਿਆਚਾਰ ਨੂੰ ਲਗਾਤਾਰ ਜਿਹੜਾ ਦੁਬਾਰਾ ਸੁਰਜੀਤ ਕੀਤਾ ਜਾਵੇ ਤੇ ਮੁੜ ਪਿੜਾਂ ਦੇ ਵਿੱਚ ਉਹੀ ਗਿੱਧਾ, ਪਿੰਗਾ ਝੂਟਦੀਆਂ ਕੁੜੀਆਂ ਦੇਖੀਆਂ ਜਾਣ, ਤਰਿੰਜਣ 'ਚ ਬੈਠੀਆਂ ਕੁੜੀਆਂ ਦੇਖੀਆਂ ਜਾਣ। ਉਸ ਨੂੰ ਕਿਵੇਂ ਦੇਖਦੇ ਹੋ? ਉਹ ਪਹਿਲਾਂ ਵਾਲੇ ਗਿੱਧੇ 'ਚ ਤੇ ਹੁਣ ਵਾਲੇ ਗਿੱਧੇ 'ਚ ਕੀ ਫਰਕ ਆ ਗਿਆ? ਦੇਖੋ, ਇੱਕ ਗੱਲ ਤਾਂ ਹੈਗੀ ਆ ਕਿ ਕੁਝ ਸਾਲ ਪਹਿਲਾਂ ਇਹ ਹੋ ਗਿਆ ਸੀ, ਪਰ ਮੈਨੂੰ ਲੱਗਦਾ ਕਿ ਜਦੋਂ ਤੋਂ ਸੋਸ਼ਲ ਮੀਡੀਆ ਤੇ ਅਸੀਂ ਆਏ ਆ ਤਾਂ ਸਾਨੂੰ ਦੇਖ ਕੇ ਖਾਸ ਕਰਕੇ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੀਆਂ ਬੀਬੀਆਂ ਇੱਥੋਂ 10 20 25 30 ਸਾਲ ਪਹਿਲਾਂ, ਬਜ਼ੁਰਗ ਔਰਤਾਂ ਜਾਂ 50 ਸਾਲ ਪਹਿਲਾਂ ਇੱਥੋਂ ਗਈਆਂ ਨੇ, ਜਦੋਂ ਉਹਨਾਂ ਨੇ ਸਾਨੂੰ ਦੇਖਿਆ ਤੇ ਸਾਡੀਆਂ ਪਰਫਾਰਮੈਂਸਿਸ, ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਬਹੁਤ ਸ਼ਾਬਾਸ਼ ਦਿੱਤੀ, ਔਰ ਫਿਰ ਦੇਖਾ ਦੇਖੀ ਪੰਜਾਬ ਦੇ ਵਿੱਚ ਵੀ ਦੁਬਾਰਾ ਇੱਕ ਇੱਦਾਂ ਦੀ ਲਹਿਰ ਚੱਲਣੀ ਸ਼ੁਰੂ ਹੋ ਗਈ ਕਿ ਹਰ ਪਿੰਡ ਦੇ ਵਿੱਚ ਕੁਝ ਮੋਤਬਰ ਔਰਤਾਂ ਜਿਨ੍ਹਾਂ ਨੂੰ ਸ਼ੌਕ ਸੀ, ਉਹਨਾਂ ਨੇ ਸੋਚਿਆ ਵੀ ਜਦੋਂ ਮੁੰਡੇ ਗਿੱਧਾ ਕੁੜੀਆਂ ਬਣ ਕੇ ਪਰਫਾਰਮ ਕਰ ਸਕਦੇ ਆ ਵੀ ਸਾਡਾ ਤਾਂ ਆਪਣਾ ਆਰਟ ਹੈ। ਤੇ ਮੈਨੂੰ ਲੱਗਦਾ ਕਿ ਮੈਂ ਪਿਛਲੇ 2 ਸਾਲਾਂ ਤੋਂ ਸੋਸ਼ਲ ਮੀਡੀਆ ਤੇ ਇੰਨਾ ਕੁਝ ਦੇਖ ਰਿਹਾ ਕਿ ਸਾਉਣ ਦੇ ਦਿਨਾਂ 'ਚ ਪਿੰਡ ਪਿੰਡ ਤੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਔਰ ਜਿਹੜੇ ਦੁਬਾਰਾ ਪਿੜ ਸੀਗੇ, ਵੈਸੇ ਹਾਸੇ ਵਾਲੀ ਗੱਲ ਹੈ ਕਿ ਉਹਨਾਂ ਪਿੜਾਂ ਦੇ ਵਿੱਚ ਕਈ ਵਾਰੀ 50 ਤੋਂ 60% ਸਾਡੀਆਂ ਹੀ ਬੋਲੀਆਂ ਵੱਜਦੀਆਂ ਹੁੰਦੀਆਂ ਨੇ। ਇਹ ਮੈਂ ਵਾਹਿਗੁਰੂ ਦਾ ਸ਼ੁਕਰ ਕਰਦਾ, ਹੈ ਨਾ। ਪਰ ਜਿਹੜੀਆਂ 30 ਤੋਂ 40% ਪੁਰਾਣੀਆਂ ਬੋਲੀਆਂ ਜਾਂ ਜਿਹੜੀਆਂ ਅਸੀਂ ਵੀ ਕਦੇ ਨਹੀਂ ਸੁਣੀਆਂ ਇਲਾਕਾ ਵਾਈਜ਼, ਤੇ ਉਹ ਜਦੋਂ ਅਸੀਂ ਸੁਣਦੇ ਹਾਂ ਤਾਂ ਮਨ ਬੜਾ ਖੁਸ਼ ਹੁੰਦਾ। ਦੇਖੋ, ਨਾ ਤਾਂ ਕਦੇ ਕੋਈ ਬੋਲੀ ਮਰਦੀ ਹੁੰਦੀ ਹੈ, ਨਾ ਕਦੇ ਕੋਈ ਸੱਭਿਆਚਾਰ ਮਰਦਾ ਹੁੰਦਾ, ਜੇ ਇਹਦੇ ਵਿੱਚ ਵਿਚਰਨ ਵਾਲੇ, ਇਹਨੂੰ ਵਰਤਣ ਵਾਲੇ ਪੂਰੀ ਇਮਾਨਦਾਰੀ ਨਾਲ ਚੱਲਦੇ ਰਹਿਣ। ਇਸ ਕਰਕੇ ਮੇਰਾ ਖਿਆਲ ਹੈ ਕਿ NRI ਭਰਾ ਵੀ ਬਹੁਤ ਕੋਸ਼ਿਸ਼ਾਂ ਕਰਦੇ ਨੇ ਤੇ ਇੱਧਰ ਵੀ ਬਹੁਤ ਸਾਰੀਆਂ ਸੰਸਥਾਵਾਂ ਵੀ ਨੇ, ਕਾਲਜ ਵੀ ਨੇ। ਦੇਖੋ, ਕਾਲਜ ਦੇ ਵਿੱਚ ਯੂਥ ਫੈਸਟੀਵਲ ਤੇ ਗਿੱਧਾ ਪੈਂਦਾ, ਉਹ 10-11 ਮਿੰਟ ਦਾ ਟਾਈਮ ਹੁੰਦਾ, ਉਹਦੀ ਰਿਕੁਆਇਰਮੈਂਟ ਹੈ। ਉਨੇ ਕੁ ਟਾਈਮ ਦੇ ਵਿੱਚ ਅਸੀਂ ਬਹੁਤ ਕੁਝ ਦਿਖਾਉਣਾ ਹੁੰਦਾ, ਉਦੋਂ ਉਹਦੀ ਸਪੀਡ ਵੀ ਹੁੰਦੀ ਹੈ, ਉਹਦਾ ਗਲੈਮਰ ਹੋਰ ਹੁੰਦਾ। ਪਰ ਜਦੋਂ ਪਿੜਾਂ ਦੇ ਵਿੱਚ ਗਿੱਧਾ ਪੈਂਦਾ, ਉਹਦਾ ਗਲੈਮਰ, ਉਹਦੀ ਸਪੀਡ ਵੱਖਰੀ ਹੁੰਦੀ ਹੈ। ਤੇ ਜਿਹੜਾ ਅਸੀਂ ਗਿੱਧਾ ਪਾਉਂਦੇ ਆ, ਉਹਨੂੰ ਅਸੀਂ ਮਿਕਸ ਕਰਿਆ, ਉਹਦੇ ਵਿੱਚ 60% ਪਾਰਟ ਫੋਕਲੋਰ ਦਾ ਤੇ 40% ਮੋਡੀਫਿਕੇਸ਼ਨ, ਗਲੈਮਰਾਈਜੇਸ਼ਨ ਕਰਕੇ ਉਹਨੂੰ ਇਸ ਹਿਸਾਬ ਨਾਲ, ਕਿਉਂਕਿ ਜਦੋਂ ਇੱਕੋ ਸਾਰਤਾ ਨਾਲ ਚੀਜ਼ ਚੱਲਦੀ ਹੈ ਤਾਂ ਕਈ ਵਾਰੀ ਨਾ ਉਹ ਬੋਰਿੰਗ ਵੀ ਹੋ ਜਾਂਦੀ ਹੈ। ਜਦੋਂ ਤੁਸੀਂ ਕਿਸੇ ਪੁਰਾਣੀ ਚੀਜ਼ ਨੂੰ ਚੱਕ ਕੇ ਥੋੜ੍ਹਾ ਜਿਹਾ ਨਵਿਆ ਕੇ, ਥੋੜ੍ਹਾ ਜਿਹਾ ਟੇਢਾ ਕਰਕੇ ਉਹਨੂੰ ਪੇਸ਼ ਕਰ ਦਿਓ ਤਾਂ ਮੇਰਾ ਖਿਆਲ ਹੈ ਉਹ ਕਬੂਲ ਹੋ ਜਾਂਦੀ ਹੈ। ਜਿੰਨੇ ਵੀ ਸਿੰਗਰ ਨੇ ਵੱਡੇ ਵੱਡੇ, ਜਿੰਨੇ ਵੀ ਆਰਟਿਸਟ ਨੇ ਵੱਡੇ ਵੱਡੇ, ਉਹ ਫੋਕ ਦੇ ਵਿੱਚੋਂ ਹੀ ਤਰਜ਼ਾਂ ਚੱਕ ਕੇ ਉਹਨੂੰ ਥੋੜ੍ਹਾ ਜਿਹਾ ਤਰਜ਼ ਨੂੰ ਹੋਰ ਰਾਗ ਦੇ ਵਿੱਚ ਪਾ ਕੇ, ਥੋੜ੍ਹਾ ਜਿਹਾ ਪਾ ਕੇ ਜਦੋਂ ਗਾਉਂਦੇ ਨੇ ਤਾਂ ਉਹ ਬੜੀ ਵਧੀਆ ਕਬੂਲ ਹੁੰਦੀ ਹੈ। ਹੁਣ ਜਿਵੇਂ ਤੁਸੀਂ ਸੁਰਿੰਦਰ ਕੌਰ ਹੋਣਾ ਦੇ ਗੀਤ ਦੇਖ ਲਓ, ਵੱਖ-ਵੱਖ ਢੰਗਾਂ ਨਾਲ, ਮਧਾਣੀਆਂ ਵਾਲਾ ਗੀਤ ਤੁਸੀਂ ਸੁਣਿਆ ਹੋਣਾ, ਕਿੰਨੇ ਆਰਟਿਸਟਾਂ ਨੇ ਗਾਇਆ, ਥੋੜ੍ਹੇ ਰਗ ਦੇ ਹਿਸਾਬ ਨਾਲ, ਥੋੜ੍ਹੇ ਮਿਊਜ਼ਿਕ ਦੇ ਹਿਸਾਬ ਨਾਲ ਬਦਲਦੇ ਰਹਿੰਦੇ ਨੇ। ਇਸ ਕਰਕੇ ਜਦੋਂ ਅਸੀਂ ਚੀਜ਼ ਨੂੰ ਥੋੜ੍ਹਾ ਟੇਢਾ ਕਰ ਦਿੰਦੇ ਹਾਂ, ਇਹ ਵੀ ਹੈ ਜ਼ਰੂਰੀ ਕਿ ਤੁਸੀਂ ਉਸ ਨੂੰ ਐਜ਼ ਇਟ ਇਜ਼ ਵੀ ਰੱਖੋ ਤੇ ਉਹਨੂੰ ਥੋੜ੍ਹਾ ਜਿਹਾ ਟੇਢਾ ਕਰਕੇ ਵੀ ਦੇਖੋ, ਦੋਏ ਕਬੂਲ ਹੋਣ। ਇਸ ਕਰਕੇ ਮੇਰਾ ਖਿਆਲ ਹੈ ਕਿ ਜਿੰਨਾ ਚਿਰ ਸੱਭਿਆਚਾਰ ਨੂੰ ਹੰਢਾਉਣ ਵਾਲੇ ਲੋਕ ਇਮਾਨਦਾਰੀ ਨਾਲ ਕੰਮ ਕਰਦੇ ਨੇ, ਇਮਾਨਦਾਰੀ ਨਾਲ ਚੱਲ ਰਹੇ ਨੇ, ਕੋਈ ਸੱਭਿਆਚਾਰ ਪਰਿਵਰਤਨਸ਼ੀਲ ਹੁੰਦਾ, ਸੱਭਿਆਚਾਰ ਹਮੇਸ਼ਾ ਤਰਿੰਜਣ ਨਹੀਂ ਲੱਗ ਸਕਦੇ, ਪਰ ਅਸੀਂ ਉਹਨਾਂ ਮੋਟਿਵਸ ਨੂੰ ਸਾਂਭ ਕੇ ਰੱਖ ਲਈਏ, ਉਹਨਾਂ ਤੀਆਂ ਨੂੰ ਸਾਂਭੀਏ, ਸਾਨੂੰ ਪਤਾ ਹੋਵੇ ਵੀ ਤੀਆਂ ਕੀ ਨੇ, ਤਰਿੰਜਣ ਕੀ ਹੈ, ਹੈ ਨਾ। ਕਈ ਵਾਰੀ ਤੀਆਂ ਦੇ ਪ੍ਰਤੀ ਕਈ ਕਿਸਮ ਦੀਆਂ ਧਾਰਨਾਵਾਂ ਨੇ ਕਿ ਹਿੱਟ ਪਰੇਡ ਹੁੰਦੀ ਤੀ, ਇਹ ਮੁਗਲਾਂ ਵੇਲੇ ਦੀ ਹੁੰਦੀ ਤੀ, ਪਰ ਜੇ ਅਸੀਂ ਆਪਣੇ ਗਿੱਧੇ ਦੇ ਬਾਰੇ ਦੇ ਵਿੱਚ ਦੇਖੀਏ ਤਾਂ ਇਹ ਬਹੁਤ ਏਨਸ਼ੀਐਂਟ ਪੀਰੀਅਡ ਤੱਕ ਚਲੇ ਜਾਂਦਾ ਹੈ ਕਿ ਤੀਆਂ ਦਾ ਤਿਉਹਾਰ ਕੀ ਹੁੰਦਾ ਸੀ। ਉਹ ਤਾਂ ਮੌਕੇ ਦੇ ਹਿਸਾਬ ਨਾਲ ਜਿੱਦਾਂ ਦਾ ਟਾਈਮ ਹੁੰਦਾ, ਜਿੱਦਾਂ ਦਾ ਮਾਹੌਲ ਹੁੰਦਾ, ਉੱਦਾਂ ਦੀ ਉਹਨੂੰ ਰੰਗਤ ਮਿਲਦੀ ਜਾਂਦੀ ਹੈ। ਨੂਰ ਜ਼ੋਰਾ ਨੇ ਇੱਕ ਵਾਰੀ, ਨੂਰ ਜ਼ੋਰਾ ਦੀ ਜ਼ਿੰਦਗੀ ਦੇ ਵਿੱਚ ਇਹ ਅਜਿਹਾ ਟਾਈਮ ਵੀ ਆਇਆ ਸੀ ਕਿ ਨੂਰ ਜ਼ੋਰਾ ਨੇ ਜੋ ਸਮਾਨ ਆਪਣੇ ਲਈ ਖਰੀਦਿਆ ਸੀ ਨੂਰ ਜ਼ੋਰਾ ਬਣਨ ਦੇ ਲਈ, ਉਹ ਚੁੱਲ੍ਹੇ 'ਚ ਪਾ ਕੇ ਸਾੜ ਦਿੱਤਾ ਸੀ। ਉਹ ਕੀ ਹੈ, ਉਹ ਦਰਸ਼ਕਾਂ ਨੂੰ ਜ਼ਰੂਰ, ਕਿਉਂਕਿ ਦਰਸ਼ਕ ਜਿਹੜੇ ਆ ਉਹ ਜਾਣਨ ਦੇ ਲਈ ਉਤਸੁਕ ਹੋਣਗੇ, ਕਿਉਂਕਿ ਤੁਸੀਂ 1 ਜਾਂ 2 ਇੰਟਰਵਿਊ ਦੇ ਵਿੱਚ ਉਹ ਗੱਲ ਦੱਸੀ ਸੀਗੀ, ਤਾਂ ਅਸੀਂ ਚਾਹਾਂਗੇ ਕਿ ਦੁਬਾਰਾ ਫਿਰ ਉਹ ਜਿਹੜੀ ਹੈ ਯਾਦ ਤਾਜ਼ਾ ਹੋ ਜਾਏ। ਹਾਂਜੀ, ਨਹੀਂ, ਉਹ ਮੈਨੂੰ ਵੀ ਉਸ ਵਕਤ ਦਾ ਹਾਸਾ ਵੀ ਆਉਂਦਾ ਤੇ ਹੋ ਸਕਦਾ ਜੇ ਉਹ ਚੁੱਲ੍ਹੇ 'ਚ ਜਾਲਿਆ ਹੋਇਆ ਸਮਾਨ ਨਾ ਖਰੀਦਿਆ ਜਾਂਦਾ ਦੁਬਾਰਾ, ਕਿਉਂਕਿ ਦੇਖੋ ਜ਼ਿੰਦਗੀ ਦੇ ਵਿੱਚ ਜੋ ਪਰਮਾਤਮਾ ਨੇ, ਵਾਹਿਗੁਰੂ ਨੇ ਤੁਹਾਨੂੰ ਬਣਾਉਣਾ ਉਹ ਮਿੱਥਿਆ, ਤੇ ਮੈਨੂੰ ਲੱਗਦਾ ਕਿ ਮੇਰਾ ਨੂਰ ਜ਼ੋਰਾ ਬਣਨਾ ਮਿੱਥਿਆ ਹੋਇਆ ਸੀ। ਪਰ ਇੱਕ ਟਾਈਮ ਇਹੋ ਜਿਹਾ ਆ ਗਿਆ ਕਿ ਥੋੜ੍ਹਾ ਜਿਹਾ ਘਰਦਿਆਂ ਨੂੰ ਤਾਂ ਪਤਾ ਸੀ, ਪਰ ਆਪਣੇ ਆਲੇ ਦੁਆਲੇ, ਆਪਣੇ ਪਿੰਡ ਤੋਂ ਚੋਰੀ, ਮੈਂ ਇਹ ਅਸੀਂ ਫੰਕਸ਼ਨ 'ਤੇ ਜਾਂਦੇ ਸੀ, ਉਦੋਂ ਫੰਕਸ਼ਨ ਕਿੰਨੇ ਕੁ ਹੁੰਦੇ ਸੀ, ਮਹੀਨੇ 'ਚ ਇੱਕ ਅੱਧਾ ਆ ਗਿਆ। ਤੇ ਇੱਕ ਵਾਰੀ ਕੀ ਹੋਇਆ,
ਮੇਰੇ ਭਤੀਜੇ ਨੇ ਹੁਣ ਤਾਂ ਵੱਡੇ ਹੋ ਗਏ, ਜਦੋਂ ਉਹ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲੇ ਪੜ੍ਹਦੇ ਹੁੰਦੇ ਸੀ, ਅਸੀਂ ਕਿਸੇ ਘਰੇ ਪਰਫਾਰਮੈਂਸ ਕਰਨ ਗਏ ਤੇ ਉਸ ਘਰ ਦੇ ਵਿੱਚ ਉਹ ਮੇਰੇ ਭਤੀਜਿਆਂ ਦੀਆਂ 2-3 ਮੈਡਮਸ, ਉਹਨੂੰ ਪੜ੍ਹਾਉਣ ਵਾਲੀਆਂ ਟੀਚਰਸ ਉੱਥੇ ਮੈਨੂੰ ਮਿਲ ਗਈਆਂ। ਹੁਣ ਮੈਂ ਤਾਂ ਉਹ ਦੇਖ ਲਈਆਂ, ਪਹਿਲਾਂ ਤਾਂ ਉਹਨਾਂ ਨੇ ਮੈਨੂੰ ਦੇਖਿਆ ਨਹੀਂ, ਪਰ ਜਦੋਂ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗਿਆ, ਉਹਨਾਂ ਨੇ ਜਦੋਂ ਕਿਹਾ ਕਿ ਨਾਪ੍ਰੀਤ ਉਹਨਾਂ ਦੇ ਚਾਚਾ ਜੀ ਹੋ ਤੁਸੀਂ, ਮੈਨੂੰ ਸੰਗ ਲੱਗੀ। ਮੈਨੂੰ ਇਹ ਹੋਇਆ ਕਿ ਬੱਚੇ ਸਾਡੇ ਪੜ੍ਹਦੇ ਨੇ, ਕਈ ਵਾਰੀ ਇਹ ਹੁੰਦਾ ਕਿ ਉਹ ਬੱਚਿਆਂ 'ਤੇ, ਮੇਰੇ ਭਤੀਜਿਆਂ 'ਤੇ ਕੀ ਪ੍ਰਭਾਵ ਹੋਊਗਾ, ਇੱਕ ਕਿਸਮ ਦਾ ਡਰ ਔਰ ਸੰਗ। ਤੇ ਉਸ ਤੋਂ ਬਾਅਦ ਮੈਂ ਇੱਕਦਮ ਮੈਂ ਕਿਹਾ ਵੀ ਮੇਰਾ ਤਾਂ ਪਤਾ ਲੱਗ ਗਿਆ, ਗਲਤ ਗੱਲ ਹੋ ਗਈ। ਮਨ 'ਚ ਐਸੀ ਫੀਲਿੰਗ ਆਈ, ਘਰ ਦੇ ਘਰ ਨਹੀਂ ਸੀ, ਮੈਂ ਸਾਰਾ ਸਮਾਨ ਜੋ ਵੀ ਨੂਰ ਜ਼ੋਰਾ ਬਣਨ ਵਾਲਾ ਜਾਂ ਨੂਰ ਬਣਨ ਵਾਲਾ ਸੀਗਾ, ਉਹ ਸਾਰਾ ਚੱਕਿਆ, ਚੁੱਲ੍ਹੇ 'ਚ ਲਾ ਕੇ ਸੇਕ ਲਾਤੀ, ਉਹ ਸਾਰਾ ਬਲ ਗਿਆ। ਪਰ ਜਿਹੜੀ ਅੰਦਰ ਲਾਟ ਬਲਦੀ ਸੀ ਉਹ ਕਿਵੇਂ ਬੁੱਝਦੀ ਹੈ ਨਾ। ਤੇ ਉਹ ਫਿਰ ਜਿਵੇਂ ਕਹਿੰਦੇ ਨੇ ਪਤਾ ਨਹੀਂ ਕੀ ਘਟਨਾ ਹੋਈ, ਕੀ ਦੁਰਘਟਨਾ ਹੋਈ, ਫਿਰ ਨਵਾਂ ਸਮਾਨ ਆ ਗਿਆ, ਫਿਰ ਦੁਬਾਰਾ ਆ ਗਿਆ, ਫਿਰ ਅਸੀਂ ਦੁਬਾਰਾ ਪਰਫਾਰਮੈਂਸ ਸ਼ੁਰੂ ਕਰ ਦਿੱਤੀ। ਤੇ ਨੂਰ ਜ਼ੋਰਾ ਬਣਨ ਦਾ ਸਫ਼ਰ ਅਸਲ 'ਚ ਉਦੋਂ ਸ਼ੁਰੂ ਹੋਇਆ ਜਦੋਂ ਜਿਹੜੇ ਮੇਰੇ ਹੀ ਹੱਥੀਂ ਸਿੱਖੇ ਹੋਏ, ਮੇਰੇ ਕੋਲੋਂ ਹੀ ਸਿੱਖੇ ਹੋਇਆਂ ਨੇ ਮੈਨੂੰ ਇਹ ਕਾਟ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਤੋਂ ਤਾਂ ਕੁਛ ਨਹੀਂ ਹੋਣਾ, ਅਸੀਂ ਕੁੜੀਆਂ ਵਰਗੇ ਹਾਂ, ਅਸੀਂ ਜ਼ਿਆਦਾ ਸੋਹਣੇ ਹਾਂ, ਅਸੀਂ ਇਹਨੂੰ ਛੱਡ ਕੇ ਆਪਣਾ ਗਰੁੱਪ ਕ੍ਰੀਏਟ ਕਰਾਂਗੇ। ਫਿਰ ਵਿਰੋਧ ਦੇ ਵਿੱਚੋਂ ਜੋ ਵਿਕਾਸ ਹੋਇਆ ਉਹ ਤੁਹਾਡੇ ਸਾਹਮਣੇ ਨੂਰ ਜ਼ੋਰਾ ਤੇ ਨੂਰ ਦੇ ਰੂਪ 'ਚ ਹੋਇਆ। ਜੇ ਗੱਲ ਕਰੀਏ ਪਰਿਵਾਰ ਦੀ, ਇੱਕ ਵਾਰੀ ਪਰਿਵਾਰ ਤੇ ਜ਼ਰੂਰ ਝਾਤ ਮਾਰਨਾ ਚਾਹਾਂਗੇ। ਪਰਿਵਾਰ 'ਚ ਕੌਣ ਕੌਣ ਹੈ ਤੇ ਤੁਹਾਡੇ ਨਾਲ ਜਿੰਨੇ ਹੁਣ ਆਰਟਿਸਟ ਕੰਮ ਕਰ ਰਹੇ ਨੇ ਤੁਹਾਡੇ ਨਾਲ, ਉਹ ਕਿੰਨੇ ਜਣੇ ਨੇ ਤੇ ਤੁਹਾਡੇ ਪਰਿਵਾਰ 'ਚ ਕੌਣ ਕੌਣ ਹੈ? ਪਰਿਵਾਰ 'ਚ ਦੇਖੋ ਜੀ, ਮੇਰੀ ਮਾਂ ਹੈ, ਬਜ਼ੁਰਗ ਹੈ, ਤੇ ਮੇਰਾ ਵੱਡਾ ਬ੍ਰਦਰ ਹੈ, ਭਾਬੀ ਹੈ, ਤੇ 2 ਮੇਰੇ ਭਤੀਜੇ ਨੇ। ਅਸੀਂ ਫੈਮਿਲੀ ਆ। ਮੇਰਾ ਵਿਆਹ ਗਿੱਧੇ ਨਾਲ ਹੋਇਆ ਹੋਇਆ, ਤੇ ਉਸ ਗਿੱਧੇ ਦੇ ਵਿੱਚੋਂ ਜਿਹੜੇ ਬੱਚੇ ਨੇ ਉਹ ਮੇਰੇ ਆਰਟਿਸਟ ਨੇ। ਇੱਕ ਵਕਤ ਕਈ ਵਾਰੀ ਅਸੀਂ 15 ਤੋਂ 18 ਵੀ ਹੁੰਨੇ ਆ, ਕਈ ਵਾਰੀ 20 ਵੀ ਹੁੰਨੇ ਆ, ਕਈ ਵਾਰੀ 12 ਵੀ ਹੋਈਦਾ, ਅਕੋਰਡਿੰਗਲੀ ਜਿਵੇਂ ਆਰਟਿਸਟ ਅਵੇਲੇਬਲ ਹੈ। ਪਰ ਮੋਸਟਲੀ ਜਿਵੇਂ ਤੁਸੀਂ ਅੱਜ ਦੇਖ ਰਹੇ ਹੋ, ਇਸ ਵਕਤ ਅਸੀਂ 8-9 ਜਾਣੇ ਇੱਥੇ ਆ ਮੇਰੇ ਕੋਲ, 5-6 ਜਾਣੇ ਨਾਭੇ ਸਾਈਡ ਤੋਂ ਆਉਣਗੇ, 5-6 ਜਾਣੇ ਦੁਆਬੇ ਸਾਈਡ ਤੋਂ ਆਉਣਗੇ, ਨਵੇਂ ਸ਼ਹਿਰ ਏਰੀਏ ਤੋਂ ਆਉਣਗੇ, ਤੇ ਕਈ ਵਾਰੀ ਅਸੀਂ 15 ਤੋਂ 20 ਆਰਟਿਸਟ ਵੀ ਹੁੰਨੇ ਆ, ਕਿਉਂਕਿ ਮੇਰੀ ਕੋਈ ਇੱਦਾਂ ਦੀ ਲਿਮਿਟ ਨਹੀਂ ਹੈਗੀ। ਮੇਰੇ ਕੋਲ ਕਈ ਵਾਰੀ ਆਰਟਿਸਟ ਫੋਨ ਕਰਦੇ ਨੇ, ਸਿੱਖਣ ਵਾਸਤੇ ਆ ਜਾਂਦੇ ਨੇ, ਤੇ ਉਹਨੂੰ ਅਸੀਂ ਸਪੈਸ਼ਲ, ਤੁਸੀਂ ਦੇਖਿਆ ਮੇਰੇ ਕੋਲ ਟਾਈਮ ਨਹੀਂ ਸਿਖਾਉਣ ਦਾ, ਤੇ ਮੈਨੂੰ ਇਹ ਹੁੰਦਾ ਕਿ ਤੁਸੀਂ ਡਰੈਸ ਪਾਓ, ਤਿਆਰ ਹੋਵੋ, ਸਾਡੇ ਵਾਂਗੂ ਸਾਡੇ ਨਾਲ ਚਲੋ, ਦੇਖ ਦੇਖ ਕੇ ਸਿੱਖੋ, ਨਾਲੇ ਪੇਮੈਂਟਸ ਮਿਲਦੀਆਂ ਨੇ। ਪਰ ਹੁਣ ਥੋੜ੍ਹਾ ਜਿਹਾ ਜਦੋਂ ਆਰਟਿਸਟ ਹੁਣ ਜਦੋਂ ਐਡ ਆਨ ਹੁੰਦੇ ਨੇ ਸਾਡੇ ਨਾਲ, ਥੋੜ੍ਹਾ ਜਿਹਾ ਹੁਣ ਖਰਾਬ ਵੀ ਕਰਨ ਲੱਗੇ, ਇਸ ਕਰਕੇ ਥੋੜ੍ਹਾ ਜਿਹਾ ਮੈਂ ਸਟ੍ਰਿਕਟ ਵੀ ਹੋ ਗਿਆ, ਥੋੜ੍ਹਾ ਜਿਹਾ ਅਸੀਂ ਅਲਰਟ ਵੀ ਹੋ ਗਏ। ਕਈ ਆਰਟਿਸਟ ਸਿਰਫ ਜੁੜਦੇ ਨੇ ਸਾਡੇ ਕੋਲੋਂ ਸਿੱਖਣ ਵਾਸਤੇ, ਤੇ ਸਿੱਖ ਕੇ ਮੁੜ ਕੇ ਸਾਨੂੰ ਉਹ ਕਰਕੇ ਚਲੇ ਜਾਂਦੇ ਨੇ, ਕਈ ਹਰਾਸ ਕਰਕੇ ਚਲੇ ਜਾਂਦੇ ਨੇ, ਕਈਆਂ ਦਾ ਮੈਂਟਲ ਸੈਟਅਪ ਡਿਫਰੈਂਟ ਹੁੰਦਾ। ਇਸ ਕਰਕੇ ਜਦੋਂ ਤੁਸੀਂ ਕਿਸੇ ਫੀਲਡ 'ਚ ਪੈ ਜਾਂਦੇ ਹੋ ਤਾਂ ਸਤਰਕ ਵੀ ਰਹਿਣਾ ਪੈਂਦਾ। ਕੁੜੀਆਂ ਲਈ ਸਿਰਫ ਗਿੱਧਾ ਤੁਸੀਂ ਜਿਹੜਾ ਕਰਦੇ ਹੋ, ਉਹਨਾਂ ਦੇ ਵਿੱਚ ਜਿਹੜੇ ਮੁੰਡੇ ਮੌਜੂਦ ਨੇ, ਤੇ ਜਾਂ ਤੁਹਾਡੀ ਟੀਮ ਜਿਹੜੀ ਮੁੰਡਿਆਂ ਦੀ ਹੁੰਦੀ ਆ, ਕੁੜੀਆਂ ਲਈ ਕੋਈ ਥਾਂ ਨਹੀਂ ਹੈਗੀ ਇਸ ਟੀਮ ਦੇ ਵਿੱਚ? ਨਹੀਂ, ਦੇਖੋ ਇਸ ਲਈ ਮੈਂ ਸੌਰੀ ਫੀਲ ਕਰਾਂਗਾ, ਕਿਉਂਕਿ ਮੈਂ ਜੋ ਲੈ ਕੇ ਚੱਲਿਆ ਉਹ ਇੱਕ ਡਿਫਰੈਂਟ ਚੀਜ਼ ਹੈ। ਕੁੜੀਆਂ ਨੂੰ ਗਿੱਧਾ ਅਕਸਰ ਆਉਂਦਾ ਹੁੰਦਾ ਹੈ, ਤੇ ਕੁੜੀਆਂ ਜਦੋਂ ਗਿੱਧਾ ਪਾਉਂਦੀਆਂ ਨੇ ਉਹਦਾ ਕਬੂਲ ਵੀ ਹੋ ਜਾਂਦਾ ਹੈ। ਮੈਂ ਐਜ਼ ਏ ਬॉय ਹੋਣ ਦੇ ਨਾਤੇ ਆਪਣੀ ਮਿਹਨਤ ਦੇ ਸਦਕਾ ਜਸਟੀਫਾਈ ਕਰਾਇਆ। ਇਸ ਕਰਕੇ ਜੇ ਹੁਣ ਮੰਨ ਲਓ ਮੈਂ ਕੁੜੀਆਂ ਨੂੰ ਜੁਆਇਨ ਕਰਾਉਣਾ ਹੈ, ਬਹੁਤ ਸਾਰੇ ਲੋਕ ਕੁੜੀਆਂ ਦੇ ਜਿਵੇਂ ਕਹਿੰਦੇ ਨੇ, ਮੈਂ ਕਹਿੰਦਾ ਵੀ ਉਹਨਾਂ ਦੇ ਮੋਢਿਆਂ 'ਤੇ ਰੱਖ ਕੇ ਬੰਦੂਕ ਚਲਾ ਕੇ ਆਪਣੀ ਮਸ਼ਹੂਰੀ ਦੀ ਪ੍ਰਾਪਤੀ ਕਰਦੇ ਨੇ। ਪਰ ਮੈਂ ਕਹਿੰਦਾ ਕਿ ਜੋ ਮੇਰੇ 'ਚ ਆਰਟ ਹੈ ਉਹ ਕੁੜੀਆਂ ਵਾਲਾ ਆਰਟ ਹੈ। ਮੈਂ ਉਸ ਆਰਟ ਦੇ ਰਾਹੀਂ ਆਪਣਾ ਨਾਮ ਕਮਾਇਆ, ਆਪਣੇ ਆਪ ਨੂੰ ਹਾਈਲਾਈਟ, ਲਾਈਮਲਾਈਟ 'ਚ ਲਿਆਂਦਾ। ਤੇ ਕੁੜੀਆਂ ਜਦੋਂ ਕਾਲਜ ਦੇ ਵਿੱਚ ਮੇਰੇ ਕੋਲੋਂ ਸਿੱਖਦੀਆਂ ਨੇ ਤਾਂ ਉਹਨਾਂ ਨੂੰ ਦਾ ਬੈਸਟ ਸਿਖਾਈਦਾ ਤੇ ਸਿਖਾਉਣ ਦੀ ਕੋਸ਼ਿਸ਼ ਕਰੀਦਾ। ਪਰ ਕਈ ਵਾਰੀ ਪਰਸਨਲੀ ਮੈਨੂੰ ਡਿਮਾਂਡ ਆਉਂਦੀ ਹੈ ਕਿ ਸਾਨੂੰ ਸਿਖਾਓ, ਤੇ ਉਦੋਂ ਮੈਂ ਬਿਲਕੁਲ, ਨਾ ਤਾਂ ਮੇਰੇ ਘਰੇ ਕੋਈ ਹਾਲੇ ਤੱਕ ਅਕੈਡਮੀ ਖੋਲ੍ਹੀ ਹੈ, ਨਾ ਮੈਂ ਸੋਚਿਆ, ਕਿਉਂਕਿ ਪਰਸਨਲੀ ਮੈਂ ਕੁੜੀਆਂ ਨੂੰ ਨਹੀਂ ਸਿਖਾ ਸਕੂੰਗਾ। ਕਾਲਜ ਦੇ ਵਿੱਚ ਕੀ ਹੁੰਦਾ, ਕਾਲਜ ਵਾਲੇ ਟੀਚਰ ਇੰਚਾਰਜ ਦੀ ਡਿਊਟੀ ਹੁੰਦੀ ਹੈ, ਉਹਦੀ ਜ਼ਿੰਮੇਵਾਰੀ ਹੁੰਦੀ ਹੈ। ਅਸੀਂ ਘੰਟਾ, 1.5 ਘੰਟਾ, 2 ਘੰਟੇ ਜਾਣਾ ਹੁੰਦਾ, ਬੱਚਿਆਂ ਨੂੰ ਕੰਮ ਹੀ ਸਿਖਾਉਣਾ ਹੁੰਦਾ, ਉਸ ਤੋਂ ਬਾਅਦ ਉਹਨਾਂ ਨਾਲ ਕੋਈ ਰਿਲੇਸ਼ਨ ਨਹੀਂ ਹੁੰਦਾ। ਜੇ ਹੁਣ ਪਰਸਨਲੀ ਮੈਂ ਅਕੈਡਮੀ ਖੋਲੂੰਗਾ ਤਾਂ ਮੇਰੇ 'ਤੇ ਜ਼ਿੰਮੇਵਾਰੀਆਂ ਵੀ ਹੋ, ਮੈਂ ਤਾਂ ਬਿਜ਼ੀ ਹੁੰਦਾ, ਮੇਰੇ ਕੋਲ ਟਾਈਮ ਹੀ ਨਹੀਂ ਇੰਨਾ ਹੈਗਾ। ਤੇ ਇਸ ਕਰਕੇ ਕੁੜੀਆਂ ਨੂੰ ਕਾਲਜ ਦੇ ਵਿੱਚ ਸਿਖਾਉਣਾ, ਪਰਸਨਲੀ ਕਦੇ ਸਿਖਾਉਣਾ ਨਹੀਂ। ਤੇ ਜੁਆਇਨ ਕਰਾਉਣਾ ਇਹ ਮੇਰੀ ਇੱਕ ਲਿਮਿਟ ਹੈ ਮੇਰੇ ਗਰੁੱਪ ਦੀ, ਕਿ ਕੁੜੀਆਂ ਨਹੀਂ ਜੁਆਇਨ ਕਰਾਉਣੀਆਂ। ਹਾਂ, ਕੁੜੀਆਂ ਸਾਨੂੰ ਦੇਖਣ,
ਸਾਡੀਆਂ ਵੀਡੀਓਜ਼ ਦੇਖਣ, ਸਾਡਾ ਰਿਦਮ ਸੁਣਨ, ਸਾਡਾ ਤਾੜੀ ਦਾ ਸਟਾਈਲ ਸੁਣਨ, ਸਾਡੀਆਂ ਬੋਲੀਆਂ ਦਾ ਨੱਚਣ ਦਾ ਸਟਾਈਲ ਦੇਖਣ। ਇਹ ਤਾਂ ਵੱਡੀ ਅਕੈਡਮੀ ਹੈ, ਸੋਸ਼ਲ ਮੀਡੀਆ ਤਾਂ ਵੱਡੀ ਅਕੈਡਮੀ ਹੈ ਹੁਣ, ਠੀਕ ਹੈ ਨਾ। ਕਿਤੇ ਜਾਣ ਦੀ ਲੋੜ ਨਹੀਂ। ਜਿਹਦੇ ਮਨ 'ਚ ਅੰਦਰ ਕੋਠੀ ਦੇ ਵਿੱਚ ਰਿਦਮ ਪਿਆ, ਉਹ ਰਿਦਮ ਸਿੱਖੇ, ਅੱਡੀ ਮਾਰਨੀ ਸਿੱਖੇ ਤੇ ਆਪਣੇ ਆਪ ਸਿੱਖ ਲੈਂਦੀਆਂ ਨੇ। ਔਰ ਬਹੁਤ ਕੁੜੀਆਂ ਸਿੱਖ ਵੀ ਰਹੀਆਂ ਨੇ। ਮੈਂ ਅਗਲੇ ਨੂੰ ਇਹੀ ਸੁਜੈਸਟ ਕਰਦਾ ਕਿ ਤੁਸੀਂ ਸਾਡੀ ਉਹ ਨਹੀਂ, ਗਿੱਧਿਆਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਕਾਲਜਾਂ ਦੀਆਂ ਜਾਂ ਸੋ ਔਨ ਸੋ ਫੋਰਥ ਬਹੁਤ ਕੁਝ ਪਿਆ ਸੋਸ਼ਲ ਮੀਡੀਆ ਤੇ, ਤੁਸੀਂ ਲਾਓ, ਉੱਥੋਂ ਸਿੱਖੋ। ਨੂਰ ਜ਼ੋਰਾ ਦੇ ਮੂੰਹ ਚੋਂ ਇੱਕ ਬੋਲੀ ਜਿਹੜੀ ਆ ਹੋ ਜਾਵੇ ਫਿਰ ਦਰਸ਼ਕਾਂ ਲਈ। ਬੋਲੀਆਂ ਤਾਂ ਹੁਣ ਬਹੁਤ ਸਾਰੀਆਂ ਨੇ, ਬਹੁਤ ਕੁਝ ਹੁੰਦਾ ਹੈ ਨਾ। ਕਦੀ ਹੋਵੇ ਫਿਰ ਇਹੋ ਜਿਹੀ ਗੱਲ, ਕਿਉਂਕਿ ਤੁਸੀਂ ਇਸ ਰੂਪ ਦੇ ਵਿੱਚ ਜੋ ਇਸ ਟਾਈਮ ਲੱਗ ਰਹੇ ਹੋ ਬਾ ਕਮਾਲ ਹੈ, ਬਹੁਤ ਖੂਬਸੂਰਤ। ਕਿਉਂਕਿ ਜ਼ੋਰਾਵਰ ਸਿੰਘ ਦਾ ਜੋ ਰੂਪ ਹੈ ਉਹ ਅਲੱਗ ਹੈ, ਨੂਰ ਜ਼ੋਰਾ ਦਾ ਜੋ ਰੂਪ ਹੈ ਉਹ ਅਲੱਗ ਹੈ। ਜਿਸ ਰੂਪ ਦੇ ਵਿੱਚ, ਜਿਸ ਗੈਟਅਪ ਦੇ ਵਿੱਚ ਇਸ ਵਕਤ ਤੁਸੀਂ ਦਰਸ਼ਕਾਂ ਦੇ ਸਾਹਮਣੇ ਹੋ, ਦਰਸ਼ਕਾਂ ਦੇ ਨਾਲ ਗੱਲਬਾਤ ਕਰ ਰਹੇ ਹੋ, ਉਹ ਰੂਪ ਆ ਜਿਹੜਾ ਤੁਹਾਡਾ, ਉਹ ਇੱਕ ਅਲੱਗ ਹੀ ਹੈ। ਜਿਹੜਾ ਉਹ ਕਹਿ ਸਕਦੇ ਆ ਕਿ ਇੱਕ ਅਲੱਗ ਹੀ ਉਸ ਦਾ ਜਿਹੜਾ ਰੁਤਬਾ ਲੱਗ ਰਿਹਾ ਹੈ। ਗਿੱਧਾ ਮੱਚਣਾ ਸਈਓ ਅੱਡੀ ਤਾੜੀਆਂ ਦੇ ਜ਼ੋਰ, ਕਿਉਂਕਿ ਗਿੱਧਾ ਅੱਡੀ ਤੇ ਤਾੜੀ ਦੇ ਜ਼ੋਰ ਤੇ ਉੱਠਣਾ ਹੁੰਦਾ ਹੈ। ਗਿੱਧਾ ਮੱਚਣਾ ਸਈਓ ਅੱਡੀ ਤਾੜੀਆਂ ਦੇ ਜ਼ੋਰ ਨੀ, ਪਬੂਕਾ ਨੱਚੂਗਾ ਸਈਓ ਢਾਕ ਨੂੰ ਮਰੋੜਨੀ, ਪਬੂਕਾ ਨੱਚੂਗਾ ਸਈਓ ਢਾਕ ਨੂੰ ਮਰੋੜ। ਤਾਂ ਜਾਂਦੇ ਆਖਰੀ ਸਵਾਲ ਹੈ ਕਿ ਜੋ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ, ਜਿਹੜੇ ਮੁੰਡੇ ਇਸ ਜਿਹੜੀ ਗਿੱਧੇ ਦੇ ਵਿੱਚ ਇੰਟਰਸਟ ਰੱਖਦੇ ਨੇ, ਉਹ ਕਿਸ ਤਰ੍ਹਾਂ ਜੁੜ ਸਕਦੇ ਨੇ? ਉਹਨਾਂ ਦੇ ਲਈ ਕੀ ਜਿਹੜੀਆਂ ਨੇ ਹਦਾਇਤਾਂ ਨੇ ਤੁਹਾਡੇ ਵੱਲੋਂ? ਉਹਨਾਂ ਲਈ ਸਭ ਤੋਂ ਪਹਿਲੀ ਬੇਨਤੀ ਤਾਂ ਇਹ ਹੈ ਜੀ ਕਿ ਮੈਂ ਉਹਨਾਂ ਨੂੰ ਇਹੀ ਸੁਜੈਸਟ ਕਰੂੰਗਾ ਕਿ ਜਿਹੜੀ ਕਲਾਸ ਦੇ ਵਿੱਚ ਵੀ ਤੁਸੀਂ ਪੜ੍ਹਦੇ ਹੋ ਜਾਂ ਜਿੰਨਾ ਪੜ੍ਹਨਾ ਚਾਹੁੰਦੇ ਹੋ, ਸਭ ਤੋਂ ਪਹਿਲਾਂ ਪੜ੍ਹਾਈ ਬਹੁਤ ਜ਼ਰੂਰੀ ਹੈ। ਕਿਉਂਕਿ ਜਦੋਂ ਤੁਸੀਂ ਪ੍ਰੋਫੈਸ਼ਨਲੀ ਕਿਸੇ ਪੱਕੇ ਪਰਮਾਨੈਂਟ ਫੀਲਡ ਦੇ ਵਿੱਚ ਜਾਣਾ ਤਾਂ ਪੜ੍ਹਾਈ ਬਹੁਤ ਜ਼ਰੂਰੀ ਹੈ, ਬਹੁਤ ਹੀ ਜ਼ਰੂਰੀ। ਉਸ ਤੋਂ ਬਾਅਦ ਮੇਰੇ ਕੋਲ ਆਉਣ ਤੋਂ ਪਹਿਲਾਂ ਤੁਹਾਨੂੰ ਆਪਣੇ ਪੇਰੈਂਟਸ ਦਾ ਕੰਸੈਂਟ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਤੁਹਾਡੇ ਪੇਰੈਂਟਸ ਸਾਡੇ ਨਾਲ ਕੋਲੈਬੋਰੇਟ ਕਰਕੇ ਸਾਨੂੰ ਕੰਸੈਂਟ ਨਹੀਂ ਦਿੰਦੇ, ਈਵਨ ਰਿਟਨ ਕੰਸੈਂਟ ਨਹੀਂ ਦੇਣਗੇ, ਉਹਨਾਂ ਚਿਰ ਮੈਂ ਕਿਸੇ ਵੀ ਮੁੰਡੇ ਨੂੰ ਆਪਣੇ ਨਾਲ ਜੁਆਇਨ ਨਹੀਂ ਕਰਵਾਉਂਦਾ। ਇਸ ਕਰਕੇ ਕਿਉਂਕਿ ਕੱਲ੍ਹ ਨੂੰ ਮੇਰੇ ਤੇ ਐਲੀਗੇਸ਼ਨ ਆ ਜਾਏ, ਕਿਸੇ ਦੇ ਪੇਰੈਂਟਸ ਉੱਠ ਕੇ ਕਹਿਣ ਕਿ ਤੁਸੀਂ ਸਾਡੇ ਮੁੰਡੇ ਨੂੰ ਐਂ ਕਰਤਾ, ਉੱਦਾਂ ਦਾ ਮੈਂ ਬਰਦਾਸ਼ਤ ਨਹੀਂ ਕਰਨਾ। ਕਿਉਂਕਿ ਹੁਣ ਤੱਕ ਜੋ ਵੀ ਆਰਟਿਸਟ ਮੇਰੇ ਨਾਲ ਜੁੜੇ ਨੇ, ਉਹਨਾਂ ਦੇ ਸਾਰਿਆਂ ਦੇ ਘਰ ਦੇ ਮੇਰੇ ਨਾਲ ਰਾਬਤੇ 'ਚ ਨੇ। ਔਰ ਈਵਨ ਅਸੀਂ ਵਲੌਗਸ ਵੀ ਬਣਾਉਂਦੇ ਹੁੰਦੇ ਆਪਣੇ ਆਰਟਿਸਟ ਦਾ, ਪਿਛਲੇ ਕੁਝ ਸਮੇਂ ਤੋਂ ਬਿਜ਼ੀ ਹੋਣ ਕਰਕੇ ਅਸੀਂ ਨਹੀਂ ਬਣਾ ਸਕੇ, ਅਤੇ ਉਹਨਾਂ ਦੇ ਘਰਦਿਆਂ ਨਾਲ ਤਾਂ ਖਾਸ ਔਰ ਵਿਸ਼ੇਸ਼ ਤੌਰ 'ਤੇ ਸਾਡੀ ਮੁਲਾਕਾਤ ਹੁੰਦੀ ਹੈ। ਇਹ ਜ਼ਰੂਰੀ ਹੈ ਕਿ ਜਿਹਨੇ ਮੈਨੂੰ ਜੁਆਇਨ ਕਰਨਾ ਹੈ, ਸਭ ਤੋਂ ਪਹਿਲਾਂ ਤਾਂ ਉਹ ਪੜ੍ਹਾਈ ਕੰਪਲੀਟ ਕਰੇ। ਸ਼ੌਕ ਪੂਰਾ ਕਰਨ ਵਾਸਤੇ ਨਾ ਉਹ ਸਿਰਫ ਤਾਂ ਕਿ ਤੁਹਾਡੇ ਪੇਰੈਂਟਸ ਨੇ ਜਿਹੜੇ ਉਹ ਇਸ ਚੀਜ਼ ਨੂੰ ਅਲਾਓ ਕਰਦੇ ਨੇ ਤਾਂ ਮੈਨੂੰ ਜੁਆਇਨ ਕਰੋ। ਅਦਰਵਾਈਜ਼ ਤੁਸੀਂ ਜਿਹੜਾ ਵੀ ਪ੍ਰੋਫੈਸ਼ਨ ਚੁਣਨਾ ਹੈ ਪੜ੍ਹਾਈ ਦੇ ਤੌਰ ਦੇ ਉੱਤੇ ਚੁਣੋ। ਮਾਫ ਕਰਨਾ, ਮੈਂ ਆਖਰੀ ਸਵਾਲ ਕਿਹਾ ਸੀ, ਪਰ ਇੱਕ ਸਵਾਲ ਮੇਰਾ ਹੋਰ ਹੈ ਤੁਹਾਡੇ ਨਾਲ। ਜਿਵੇਂ ਤੁਸੀਂ ਕਿਹਾ ਕਿ ਤੁਹਾਡਾ ਵਿਆਹ ਜਿਹੜਾ ਗਿੱਧੇ ਨਾਲ ਹੋਇਆ, ਪਰ ਮਾਂ ਦਾ ਇੱਕ ਅਰਮਾਨ ਹੁੰਦਾ ਹੈ ਕਿ ਮੇਰਾ ਪੁੱਤ ਹੋਵੇ ਭਾਵੇਂ ਧੀ ਹੋਵੇ, ਉਹਦਾ ਵਿਆਹ ਮੈਂ ਆਪਣੇ ਜਿਉਂਦੇ ਜੀ ਦੇਖ ਜਾਂ ਆਪਣੀ ਅੱਖਾਂ ਦੇ ਨਾਲ ਦੇਖ ਜਾਂ, ਤਾਂ ਫਿਰ ਕਦੀ ਪਰਿਵਾਰ ਨੇ ਜ਼ਿੱਦ ਨਹੀਂ ਕੀਤੀ ਕਿ ਵਿਆਹ ਕਰਵਾ ਲਾ ਹੁਣ? ਤੇ ਦੇਖੋ, ਪਰਿਵਾਰ ਜਦੋਂ ਜ਼ਿੱਦ ਕਰਦਾ ਸੀ, ਮਾਵਾਂ ਨੂੰ ਤਾਂ ਹੁੰਦਾ ਹੈ ਨਾ, ਜਦੋਂ ਜ਼ਿੱਦ ਕਰਦਾ ਸੀ ਉਦੋਂ ਮੈਂ ਨਹੀਂ ਮੰਨਿਆ। ਉਸ ਤੋਂ ਬਾਅਦ ਫਿਰ ਕਈਆਂ ਨੂੰ ਮੈਂ ਨਹੀਂ ਪਸੰਦ ਆਇਆ, ਕਈ ਮੈਨੂੰ ਨਹੀਂ ਪਸੰਦ ਆਏ। ਜਿਵੇਂ ਕਹਿੰਦੇ ਨੇ ਉਲਝ ਗਈ ਹੂੰ ਪਲ ਦੋ ਪਲ ਮੈਂ ਬੰਧਨ ਬਾਂਧੂ ਆਜ ਔਰ ਕੱਲ ਮੈਂ, ਔਰ ਜਿਵੇਂ ਕਹਿੰਦੇ ਨੇ ਸਮਾਂ ਬੀਤਦਾ ਜਾਂਦਾ। ਫਿਰ ਇਹ ਹੋ ਗਿਆ ਕਿ ਜਦੋਂ ਬੰਦਾ ਨਾ 30-35 ਸਾਲ ਤੋਂ ਉੱਤੇ ਟੱਪ ਜਾਂਦਾ ਤਾਂ ਉਹਦੀਆਂ ਨਾ ਕੁਛ ਧਾਰਨਾਵਾਂ ਰੂੜ ਹੋ ਜਾਂਦੀਆਂ। ਫਿਰ ਉਹ ਇੰਨਾ ਪਰਪੱਕ ਹੋ ਜਾਂਦਾ ਕਿ ਫਿਰ ਮੈਨੂੰ ਇਹ ਲੱਗਣ ਲੱਗ ਗਿਆ ਕਿ ਹੁਣ ਮੈਂ ਕਿਸੇ ਨਾਲ ਐਡਜਸਟ ਨਹੀਂ ਕਰ ਸਕਣਾ, ਅਤੇ ਜਦੋਂ ਮੈਂ ਨਹੀਂ ਕਿਸੇ ਨਾਲ ਐਡਜਸਟ ਕਰ ਸਕਣਾ ਤੇ ਅਗਲਾ ਮੇਰੇ ਨਾਲ ਕਿਵੇਂ ਐਡਜਸਟ ਕਰ ਪਾਊਗਾ। ਘਰ ਦੇ ਜੋ ਮਰਜ਼ੀ ਕਹੀ ਜਾਣ, ਕਈ ਵਾਰੀ ਇੱਦਾਂ ਹੁੰਦਾ ਕਿ ਬਸ ਨਹੀਂ ਹੁਣ ਹੈ ਹੀ ਨਹੀਂਗਾ, ਕਿਉਂਕਿ ਜੋ ਵਾਹਿਗੁਰੂ ਨੇ ਲਿਖਤਾ ਤੇ ਜਦੋਂ ਅਸੀਂ ਉਹਦੇ ਆਸਰੇ ਆਪਣੇ ਆਪ ਨੂੰ ਛੱਡਤਾ ਫਿਰ ਕਿਉਂ। ਜੀ, ਤਾਂ ਬਹੁਤ ਬਹੁਤ ਸ਼ੁਕਰੀਆ ਨੂਰ ਜ਼ੋਰਾ ਜੀ, ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਮੈਨੂੰ ਉਮੀਦ ਹੈ ਦਰਸ਼ਕਾਂ ਨੂੰ ਵੀ ਬਹੁਤ ਵਧੀਆ ਲੱਗਿਆ ਹੋਵੇਗਾ। ਤਾਂ ਇਹ ਸਨ ਸਾਡੇ ਨਾਲ ਨੂਰ ਜ਼ੋਰਾ ਜੀ, ਤੇ ਜਿਨ੍ਹਾਂ ਦੀ ਪਹਿਚਾਣ
ਦੋ ਨੇ ਤੇ ਦੋਵੇਂ ਵੱਖਰੀਆਂ ਨੇ ਤੇ ਦੋਵੇਂ ਬਹੁਤ ਖੂਬਸੂਰਤ ਨੇ। ਇੱਕ ਪਹਿਚਾਣ ਦੇ ਵਿੱਚ ਉਹ ਆਮ ਸਮਾਜ ਦੇ ਵਿੱਚ ਸਮਾਜਿਕ ਲੋਕਾਂ ਦੇ ਨਾਲ ਵਿਚਰਦੇ ਨੇ ਤੇ ਇੱਕ ਰੂਪ ਦੇ ਵਿੱਚ ਉਹ ਜਿਹੜਾ ਆਪਣਾ ਜਿਹੜਾ ਉਹਨਾਂ ਦੇ ਰਗ ਰਗ ਦੇ ਵਿੱਚ ਜੋ ਸੱਭਿਆਚਾਰ ਗਿੱਧਾ ਭਾਂਬੜ ਮੱਚਿਆ ਹੋਇਆ ਉਸ ਨੂੰ ਪੂਰਾ ਕਰਦੇ ਨੇ। ਦੋ ਰੂਪ ਪਰ ਦੋਵੇਂ ਹੀ ਬਾ ਕਮਾਲ ਤੇ ਬੇਹੱਦ ਖੂਬਸੂਰਤ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਕਰਵਾਉਂਦੇ ਰਹਾਂਗੇ। ਤੁਸੀਂ ਦੇਖਦੇ ਰਹੋ ਸਕਰੋਲ ਪੰਜਾਬ।